ਵਾਹਿਗੁਰੂ 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 ਵਾਹਿਗੁਰੂ। ਠੀਕ ਹੈ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਸ਼੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨ ਰੰਗਾ ਦੂਰ ਦੇਸ ਦਰਸ਼ਨ ਵਿਖੈ ਹੈ ਅਨਵਨ ਢੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆਏ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਉਸ ਵੇਲੇ ਸਰਹੰਦ ਤੋਂ ਇੱਕ ਪੀਰ ਚੱਲ ਕੇ ਆਇਆ, ਬੇਨਤੀ ਕਰਦਾ ਮਹਾਰਾਜ ਜੀ ਕਿਰਪਾ ਕਰੋ, ਆਪ ਜੀਆਂ ਨੇ ਸਰਹੰਦ ਨੂੰ ਉਜੜਨ ਦਾ ਬਚਨ ਕੀਤਾ ਹੈ ਤੇ ਪਾਤਸ਼ਾਹ ਜੀ ਮੇਰੇ ਲੋਕ ਤੇ ਮੈਂ ਵਸਦਾ ਰਵਾਂ, ਇਹ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਬਚਨ ਸੁਣ ਕੇ ਕਹਿਣ ਲੱਗੇ, ਕਹਿੰਦੇ ਭਾਈ ਆਪਣੇ ਕੋਠੇ ਤੇ ਚੜ੍ਹ ਕੇ ਸ਼ੰਖ ਵਜਾਓ, ਜਿੱਥੋਂ ਤੱਕ ਸ਼ੰਖ ਦੀ ਆਵਾਜ਼ ਜਾਏਗੀ ਉੱਥੋਂ ਤੱਕ ਇਲਾਕਾ ਵਸਦਾ ਰਹੇਗਾ। ਇਹ ਬਚਨ ਸੁਣ ਕੇ ਉਹ ਜਿਹੜਾ ਪੀਰ ਹੈ ਉਸ ਵੇਲੇ ਚਲਾ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਉਸ ਵੇਲੇ ਸੁਨੇਹਾ ਭੇਜਿਆ ਗਿਆ ਕਿ ਜੋ ਵਜ਼ੀਰ ਖਾਨ ਹੈ ਉਸਨੇ ਭਾਈ ਸਮੀਰ ਨੂੰ ਚਿੱਠੀ ਲਿਖੀ ਹੈ, ਗੁਰੂ ਗੋਬਿੰਦ ਸਿੰਘ ਨੂੰ ਸਾਨੂੰ ਫੜਾ ਦਿਓ, ਨਹੀਂ ਤੇ ਤੁਹਾਨੂੰ ਵੀ ਸਜ਼ਾ ਦੇਵਾਂਗੇ। ਉਸ ਵੇਲੇ ਭਾਈ ਮਾਨ ਸਿੰਘ ਇਹ ਬਚਨ ਸੁਣਦੇ ਪੈ, ਕਹਿਣ ਲੱਗੇ ਮਹਾਰਾਜ ਜੀ ਪਹਿਲਾਂ ਔਰੰਗਜ਼ੇਬ ਨੂੰ ਮਾਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਵਿੱਚ ਵਜ਼ੀਰ ਖਾਨ ਨੂੰ ਮਾਰਨਾ ਚਾਹੀਦਾ ਹੈ, ਬਾਕੀਆਂ ਨੂੰ ਬਾਅਦ ਵਿੱਚ ਹੌਲੀ ਹੌਲੀ ਸੋਧਾ ਲਾਵਾਂਗੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਸੁਣੇ, ਮਹਾਰਾਜ ਸੁਣ ਕੇ ਅੱਗੋਂ ਕੀ ਉੱਤਰ ਦਿੰਦੇ ਨੇ ਉਹ ਬਚਨ ਆਪਾਂ ਅੱਜ ਸਰਵਨ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨੁਰੰਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਭਾਈ ਮਾਨ ਸਿੰਘ ਔਰੰਗਜ਼ੇਬ ਨੂੰ ਜੰਗ ਕਰਕੇ ਨਹੀਂ ਮਾਰਨਾ ਹੈ। ਜੇ ਜੰਗ ਕਰਕੇ ਮਾਰਨਾ ਹੁੰਦਾ ਤੇ ਹੁਣ ਅਸੀਂ ਜੰਗ ਦੇ ਵਿੱਚ ਉਸ ਨੂੰ ਵੰਗਾਰ ਕੇ ਉਸ ਦਾ ਕਤਲ ਕਰਵਾ ਦਿੰਦੇ, ਮਾਰ ਦਿੰਦੇ। ਪਰ ਜੰਗ ਦੇ ਵਿੱਚ ਜੇ ਮਾਰਾਂਗੇ ਤੇ ਸ਼ਸਤਰ ਦੇ ਨਾਲ ਮਾਰਿਆ ਜਾਵੇਗਾ।
ਜਿਹੜਾ ਜੰਗ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਸ਼ਸਤਰ ਨਾਲ ਮਾਰਿਆ ਜਾਵੇ ਉਸ ਨੂੰ ਜਿਹੜੀ ਹੈ ਮੋਕਸ਼ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਸ ਨੂੰ ਜੰਗ ਕਰਕੇ ਨਹੀਂ ਅਸੀਂ ਮਾਰਾਂਗੇ। ਇਹਦੇ ਮਾਰਨ ਦਾ ਇੱਕ ਵੱਖਰਾ ਤਰੀਕਾ ਅਸੀਂ ਲੱਭਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਔਰੰਗਜ਼ੇਬ ਨੂੰ ਮਾਰਨਾ ਹੈ। ਦੂਰ ਦੇਸ਼ ਦਛਨ ਵਿਖੇ ਹੈ ਅਨਬਨ ਢੰਗਾ। ਸਤਿਗੁਰੂ ਕਹਿਣ ਲੱਗੇ ਇਸ ਵੇਲੇ ਔਰੰਗਜ਼ੇਬ ਬਹੁਤ ਦੂਰ ਬੈਠਾ ਹੈ। ਗੁਰਮੁਖੋ ਇਤਿਹਾਸ ਵਿੱਚ ਬਚਨ ਇਹ ਆਉਂਦਾ, ਗੋਲਕੁੰਡਾ ਨਾਮ ਦਾ ਇੱਕ ਕਿਲ੍ਹਾ ਸੀਗਾ ਹੈਦਰਾਬਾਦ ਦੇ ਕੋਲ। ਇਹ ਔਰੰਗਜ਼ੇਬ ਉਸ ਕਿਲ੍ਹੇ ਦੇ ਵਿੱਚ ਬੈਠਾ ਹੋਇਆ ਸੀ ਜਿਸ ਵੇਲੇ ਇਸ ਨੇ ਅਨੰਦਪੁਰ ਸਾਹਿਬ 'ਤੇ ਹਮਲਾ ਕਰਵਾਇਆ ਹੈ। ਇੱਥੋਂ ਬਾਅਦ ਵਿੱਚ ਫਿਰ ਇਹ ਨੌਰੰਗਾਬਾਦ ਚਲੇ ਗਿਆ। ਹੌਲੀ ਹੌਲੀ ਜਾ ਕੇ ਉੱਥੇ ਇਸ ਦਾ ਅੰਤ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਵੀ ਇਸ ਵੇਲੇ ਦੂਰ ਹੈ ਔਰੰਗਜ਼ੇਬ, ਦੱਖਣ ਵਿੱਚ ਬੈਠਾ ਹੋਇਆ, ਇਸ ਕਰਕੇ ਉਸ ਨੂੰ ਮਾਰਨਾ ਨਹੀਂ ਹੈ, ਉਸ ਨੂੰ ਹੋਰ ਤਰੀਕੇ ਦੇ ਨਾਲ ਅਸੀਂ ਮਾਰਾਂਗੇ, ਜੰਗ ਨਹੀਂ ਉਹਦੇ ਨਾਲ ਕਰਨਾ ਹੈ। ਭਾਈ ਮਾਨ ਸਿੰਘ ਜੀ ਨੇ ਪੁੱਛਿਆ ਮਹਾਰਾਜ ਕਿਵੇਂ ਫਿਰ ਉਸ ਨੂੰ ਮਾਰਨਾ ਹੈ? ਤੇ ਪਾਤਸ਼ਾਹ ਫਰਮਾਉਂਦੇ ਹਨ, ਤੋ ਫਤਿਹ ਕੋ ਖਤ ਲਿਖੇ ਪੜ ਕਰ ਮਰ ਜਾਈ। ਸਤਿਗੁਰੂ ਕਹਿਣ ਲੱਗੇ ਕਿ ਐਸੀ ਚਿੱਠੀ ਲਿਖਾਂਗੇ ਜਿਸ ਨੂੰ ਆਖਿਆ ਜਾਂਦਾ ਜਫਰਨਾਮਾ, ਜਾਂ ਆਪਾਂ ਕਹਿ ਲਈਏ ਫਤਿਹ ਦੀ ਚਿੱਠੀ। ਮਹਾਰਾਜ ਕਹਿੰਦੇ ਇੱਕ ਚਿੱਠੀ ਲਿਖਾਂਗੇ, ਚਿੱਠੀ ਵਿੱਚ ਇਹੋ ਜਿਹੇ ਬਚਨ ਲਿਖਾਂਗੇ ਜਿਨ੍ਹਾਂ ਨੂੰ ਪੜ੍ਹ ਕੇ ਔਰੰਗਜ਼ੇਬ ਮਰ ਜਾਏਗਾ, ਜੰਗ ਕਰਨ ਦੀ ਲੋੜ ਨਹੀਂ ਪੈਣੀ ਹੈ। ਸਾਡਾ ਇੱਕ ਖਤ, ਸਾਡੀ ਇੱਕ ਚਿੱਠੀ ਜਿਹੜੀ ਹੈ ਜਿਹਦੇ ਵਿੱਚ ਅਸੀਂ ਸੱਚ ਬਿਆਨ ਕੀਤਾ ਹੋਵੇਗਾ ਤੇ ਲਾਹਣਤਾਂ ਪਾਈਆਂ ਹੋਣਗੀਆਂ ਔਰੰਗਜ਼ੇਬ ਨੂੰ, ਉਹ ਲਾਹਣਤਾਂ ਵਾਲਾ ਬਚਨ ਨਾ ਸਹਾਰਦਾ ਹੋਇਆ ਹੀ ਉਸ ਨੇ ਮਰ ਜਾਣਾ ਹੈ। ਇਸ ਤਰ੍ਹਾਂ ਦਾ ਇੱਕ ਖਤ ਲਿਖਾਂਗੇ, ਇੱਕ ਚਿੱਠੀ ਲਿਖਣੀ ਹੈ। ਅਪਰੰਤੇ ਪਲਟਾ ਲਹੈ ਮਮ ਪੰਥ ਵਡਾਈ। ਬਾਕੀਆਂ ਦੇ ਕੋਲੋਂ ਅਸੀਂ ਬਦਲਾ ਜ਼ਰੂਰ ਲਵਾਂਗੇ। ਮੈਂ ਆਪਣੇ ਖਾਲਸੇ ਪੰਥ ਨੂੰ ਸਾਜਿਆ ਹੈ, ਇੱਕ ਸਮਾਂ ਆਵੇਗਾ ਵਜ਼ੀਰ ਖਾਨ ਦੇ ਕੋਲੋਂ ਬਦਲਾ ਲਿਆ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦਾ ਜੰਗ ਕਰਕੇ ਤੇ ਵਜ਼ੀਰ ਖਾਨ ਨੂੰ ਮਾਰਿਆ ਹੈ। ਇਸ ਤਰ੍ਹਾਂ ਦੇ ਕਈ ਹੋਰ ਦੁਸ਼ਟ ਜਿਹੜੇ ਸਨ ਉਹਨਾਂ ਨੂੰ ਸੋਧਿਆ ਹੈ। ਉਹ ਬਚਨ ਮਹਾਰਾਜ ਕਰਦੇ ਪਏ, ਕਹਿੰਦੇ ਮਾਨ ਸਿੰਘ ਜੀ ਸਮਾਂ ਆਵੇਗਾ ਮੇਰੇ ਪੰਥ ਨੇ ਇਹਨਾਂ ਕੋਲੋਂ ਬਦਲੇ ਲੈ ਲੈਣੇ ਹਨ, ਪਰ ਔਰੰਗਜ਼ੇਬ ਨੂੰ ਅਸੀਂ ਮਾਰਾਂਗੇ, ਜੰਗ ਕਰਕੇ ਨਹੀਂ। ਇੱਕ ਚਿੱਠੀ ਲਿਖਾਂਗੇ ਜਿਸ ਨੂੰ ਆਪਾਂ ਜਫਰਨਾਮੇ ਦੇ ਨਾਮ ਦੇ ਨਾਲ ਯਾਦ ਕਰਦੇ ਹਾਂ। ਐਸਾ ਖਤ ਲਿਖਾਂਗੇ ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਮਰ ਜਾਣਾ ਹੈ। ਲਿਖਿਓ ਜਫਰਨਾਮਾ ਤਬੈ ਬਹੁ ਬੈਂਤ ਬਣਾਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਜਫਰਨਾਮਾ ਇੱਥੇ ਲਿਖਿਆ। ਦੀਨਾ ਕਾਂਗੜ ਨਾਮ ਦਾ ਗੁਰਮੁਖੋ ਨਗਰ ਹੈ, ਸੋ ਇੱਥੇ ਮਹਾਰਾਜ ਉਸ ਵੇਲੇ ਬੈਠੇ ਸਨ, ਇੱਥੇ ਜਫਰਨਾਮਾ ਲਿਖਿਆ ਹੈ। ਆਪ ਸੰਗਤਾਂ ਜਾਓਗੇ ਨਾ ਦਰਸ਼ਨ ਕਰਨ ਵਾਸਤੇ, ਗੁਰੂ ਘਰ ਬਣਿਆ ਹੋਇਆ, ਉੱਥੇ ਇਤਿਹਾਸ ਲਿਖਿਆ ਵੀ ਮਹਾਰਾਜ ਇੱਥੇ ਬੈਠੇ ਸਨ ਜਿਸ ਵੇਲੇ ਜਫਰਨਾਮਾ ਲਿਖਿਆ ਹੈ। ਮਹਾਰਾਜ ਜੀਆਂ ਨੇ ਜਫਰਨਾਮਾ ਲਿਖਿਆ ਬੜੇ ਸੋਹਣੇ ਬੈਂਤ ਬਣਾ ਕੇ। ਮਹਾਰਾਜ ਕਵੀ ਨੇ ਨਾ, ਬੜੇ ਵੱਡੇ ਵਿਦਵਾਨ ਨੇ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਸ ਵੇਲੇ ਬੈਂਤ ਜਿਹੜਾ ਹੈ ਉਹ ਬਣਾ ਕੇ ਜਫਰਨਾਮੇ ਦੇ ਵਿੱਚ ਲਿਖਦੇ ਹਨ। ਸ਼੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ। ਸਤਿਗੁਰਾਂ ਨੇ ਜਫਰਨਾਮੇ ਵਿੱਚ ਲਿਖਿਆ ਹੈ, ਜਿਨ੍ਹਾਂ ਸੰਗਤਾਂ ਨੇ ਜਫਰਨਾਮਾ ਪੜ੍ਹਿਆ ਨਾ ਜਾਂ ਦਰਸ਼ਨ ਕੀਤੇ, ਉਹਦੇ ਵਿੱਚ ਮਹਾਰਾਜ ਜੀਆਂ ਨੇ ਪਹਿਲਾਂ ਅਕਾਲ ਪੁਰਖ ਦੀ ਵਡਿਆਈ ਕੀਤੀ ਹੈ। ਸਤਿ ਸ੍ਰੀ ਅਕਾਲ, ਸ੍ਰੀ ਅਕਾਲ ਪੁਰਖ ਜੀ ਸਹਾਏ। ਇਸ ਤਰ੍ਹਾਂ ਦੇ ਬਚਨ ਮਹਾਰਾਜ ਸਾਹਿਬ ਜੀਆਂ ਨੇ ਲਿਖ ਕੇ ਪਹਿਲਾਂ ਪਰਮੇਸ਼ਰ ਦੀ ਸਿਫਤ ਕੀਤੀ, ਅਕਾਲ ਪੁਰਖ ਦੀ, ਜਫਰਨਾਮਾ ਲਿਖਦਿਆਂ ਹੋਇਆ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਅਹਿਦ ਕਰਨ ਈਮਾਨ ਕੋ ਮਿਲਵੇ ਠਹਿਰਾਇ। ਫਿਰ ਸਤਿਗੁਰਾਂ ਨੇ ਲਿਖਿਆ, ਕਹਿਣ ਲੱਗੇ ਔਰੰਗਜ਼ੇਬ ਤੂੰ ਧਰਮ ਦਾ ਇਕਰਾਰ ਕੀਤਾ ਸੀ ਸਾਨੂੰ ਮਿਲਣ ਵਾਸਤੇ। ਗੁਰਮੁਖੋ ਜਦੋਂ ਚਿੱਠੀਆਂ ਗਈਆਂ ਨਾ ਮੁਗਲਾਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਉਹਦੇ ਵਿੱਚ ਇੱਕ ਚਿੱਠੀ ਔਰੰਗਜ਼ੇਬ ਦੀ ਗਈ ਹੈ। ਉਹਦੇ ਵਿੱਚ ਲਿਖਿਆ ਸੀ ਮਹਾਰਾਜ ਤੁਸੀਂ ਧਰਮ ਦੇ ਰਹਿਬਰ ਹੋ, ਮੈਂ ਵੀ ਬੜਾ ਧਰਮ ਦੇ ਵਿੱਚ ਪੱਕਾ ਹਾਂ, ਧਰਮ ਨੂੰ ਮੰਨਣ ਵਾਲਾ ਹਾਂ। ਤੁਸੀਂ ਅਨੰਦਪੁਰ ਸਾਹਿਬ ਛੱਡੋ, ਮੇਰੇ ਕੋਲ ਆਓ, ਆਪਾਂ ਆਮਣੇ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ। ਜੇ ਤੁਸੀਂ ਮੇਰੇ ਕੋਲ ਨਹੀਂ ਆਉਣਾ ਤੇ ਮੈਨੂੰ ਦੱਸ ਦਿਓ, ਮੈਂ ਜਿੱਥੇ ਕਹੋਗੇ ਉੱਥੇ ਆ ਜਾਂਦਾ ਹਾਂ। ਆਪਾਂ ਆਮਣੇ ਸਾਹਮਣੇ ਹੋ ਕੇ ਬਚਨ ਕਰੀਏ ਤੇ ਮੈਂ ਧਰਮ ਨੂੰ ਵਿੱਚ ਰੱਖ ਕੇ ਇਹ ਗੱਲ ਕਹਿੰਦਾ ਹਾਂ ਵੀ ਤੁਹਾਡੇ ਨਾਲ ਧੋਖਾ ਨਹੀਂ ਕਰਾਂਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਖਤ ਦਾ ਜਵਾਬ ਇਹ ਦਿੱਤਾ ਸੀ, ਕਹਿਣ ਲੱਗੇ ਔਰੰਗਜ਼ੇਬ ਸਾਨੂੰ ਤੇਰੀਆਂ ਗੱਲਾਂ ਤੇ ਯਕੀਨ ਨਹੀਂ ਹੈ ਅਤੇ ਨਾ ਹੀ ਤੈਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਸਤਿਗੁਰਾਂ ਨੇ ਇੱਥੇ ਬਚਨ ਲਿਖਿਆ, ਪਹਿਲਾ ਬਚਨ ਇਹ ਸੀ ਔਰੰਗਜ਼ੇਬ ਤੂੰ ਧਰਮ ਨੂੰ ਵਿੱਚ ਰੱਖਿਆ ਸੀਗਾ ਕਿ ਮੈਂ ਧਰਮ ਦੀ ਸਹੁੰ ਖਾਂਦਾ ਹਾਂ, ਕੁਰਾਨ ਦੀ ਸਹੁੰ ਖਾਂਦਾ ਹਾਂ, ਇਸਲਾਮ ਦੀ ਸਹੁੰ ਖਾਂਦਾ ਹਾਂ ਕਿ ਮਹਾਰਾਜ ਤੁਹਾਡੇ ਨਾਲ ਧੋਖਾ ਨਹੀਂ ਹੋਵੇਗਾ, ਆਮਣੇ ਸਾਹਮਣੇ ਦਾ ਬੈਠ ਕੇ ਬਚਨ ਕਰਾਂਗੇ। ਇਹ ਸਾਰਿਆਂ ਤੋਂ ਪਹਿਲਾਂ ਤੂੰ ਕਸਮ ਖਾ ਕੇ ਸਾਨੂੰ ਕਿਲਾ ਛੱਡਣ ਵਾਸਤੇ ਆਖਿਆ ਹੈ। ਤੋਰਿਓ ਬੇਈਮਾਨ ਬਨ 10 ਲੱਖ ਪਠਾਇਓ। ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ 10 ਲੱਖ ਦੀ ਫੌਜ ਭੇਜੀ ਤੇ ਤੈਨੂੰ ਉਹ ਬਚਨ ਚੇਤੇ ਨਾ ਆਇਆ
ਵੀ ਮੈਂ ਗੁਰੂ ਪਾਤਸ਼ਾਹ ਨਾਲ ਵਾਅਦਾ ਤੇ ਇਹ ਕੀਤਾ ਸੀ ਵੀ ਮਹਾਰਾਜ ਅਨੰਦਪੁਰ ਸਾਹਿਬ ਛੱਡ ਦਿਓ ਤੇ ਮੇਰੀ ਫੌਜ ਤੁਹਾਡੇ ਉੱਪਰ ਹਮਲਾ ਨਹੀਂ ਕਰੇਗੀ, ਬਲਕਿ ਮੈਂ ਤੁਹਾਨੂੰ ਮਿਲ ਕੇ ਪਿਛਲੇ ਆਪਾਂ ਸਾਰੇ ਸਮਝੌਤੇ ਕਰਾਂਗੇ। ਤੂੰ ਚਿੱਠੀ ਤੇ ਇਹ ਲਿਖੀ ਹੈ, ਪਰ ਜਦੋਂ ਅਸੀਂ ਅਨੰਦਪੁਰ ਸਾਹਿਬ ਛੱਡਿਆ ਤੂੰ 10 ਲੱਖ ਦੀ ਫੌਜ ਉਸੇ ਵੇਲੇ ਭੇਜ ਕੇ ਸਾਡੇ ਤੇ ਹਮਲਾ ਕਰਵਾਇਆ। ਉਹ ਬੇਈਮਾਨਾ, ਤੈਨੂੰ ਆਪਣਾ ਕੀਤਾ ਕਰਾਰ ਨਾ ਚੇਤੇ ਆਇਆ? ਜੇ ਤੇਰੇ ਵਰਗੇ ਬਾਦਸ਼ਾਹ ਇਸ ਤਰ੍ਹਾਂ ਕਰਾਰ ਤੋੜ ਦੇਣ, ਇਸ ਤਰ੍ਹਾਂ ਧੋਖਾ ਕਰਨ, ਤੇ ਫਿਰ ਆਮ ਲੋਕਾਂ ਦਾ ਕੀ ਹੋਵੇਗਾ? ਗੁਰਮੁਖੋ, ਜਿੱਥੇ ਔਰੰਗਜ਼ੇਬ ਨੇ ਚਿੱਠੀਆਂ ਪਾਈਆਂ ਸਨ ਕਾਬਲ ਦੇ ਸੂਬੇਦਾਰ ਨੂੰ, ਲਾਹੌਰ ਦੇ ਸੂਬੇਦਾਰ ਨੂੰ, ਸਰਹੰਦ ਦੇ ਸੂਬੇਦਾਰ ਨੂੰ ਕਿ ਜਾਓ ਜਾ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੰਗ ਕਰੋ। ਜਦੋਂ ਅਨੰਦਪੁਰ ਸਾਹਿਬ ਦਾ ਜੰਗ ਹੋਇਆ, ਇਹਨਾਂ ਸੂਬੇਦਾਰਾਂ ਦਾ ਜਦੋਂ ਜ਼ੋਰ ਨਹੀਂ ਚੱਲਿਆ, ਫਿਰ ਚਿੱਠੀਆਂ ਪਾ ਕੇ ਵਾਸਤਾ ਦਿੰਦੇ ਪਏ, ਮਹਾਰਾਜ ਇੱਕ ਵਾਰੀ ਤੁਸੀਂ ਅਨੰਦਪੁਰ ਸਾਹਿਬ ਛੱਡੋ। ਪਾਤਸ਼ਾਹ ਅਨੰਦਪੁਰ ਸਾਹਿਬ ਛੱਡ ਕੇ ਚੱਲ ਪਏ। ਜਦੋਂ ਸਰਸਾ ਨਦੀ ਨੂੰ ਪਾਰ ਹੋਏ, ਅੱਗੋਂ ਇੱਕ ਵਿਅਕਤੀ ਮਿਲ ਪਿਆ। ਉਸਨੇ ਵੇਖਿਆ ਕਿ ਗੁਰੂ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ। ਮਹਾਰਾਜ ਨੇ ਪੁੱਛਿਆ, ਭਾਈ ਕੌਣ, ਕਿੱਧਰੋਂ ਆਇਆ? ਫਿਰ ਇਸਨੇ ਦੱਸਿਆ ਸੀ, ਮਹਾਰਾਜ ਔਰੰਗਜ਼ੇਬ ਦੀ 10 ਲੱਖ ਫੌਜ ਤੁਰੀ ਆਉਂਦੀ ਹੈ, ਮੇਰੇ ਪਿੱਛੇ ਮੈਂ ਇੱਕ ਪੜਾਅ ਉਹਨਾਂ ਤੋਂ ਅੱਗੇ ਹਾਂ, ਮੈਂ ਖਬਰ ਦੇਣ ਵਾਸਤੇ ਚੱਲਿਆ ਹਾਂ। ਇਹ 10 ਲੱਖ ਦੀ ਫੌਜ ਔਰੰਗਜ਼ੇਬ ਨੇ ਭੇਜੀ ਆਪਣੇ ਵੱਲੋਂ ਕਿ ਜਾਓ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੰਗ ਕਰੋ। ਮਹਾਰਾਜ ਉਹ ਬਚਨ ਇੱਥੇ ਕਰਦੇ ਪਏ, ਕਹਿਣ ਲੱਗੇ, ਉਹ ਰੰਗਿਆ ਤੂੰ ਬੇਈਮਾਨ ਹੈ। ਜਦੋਂ ਤੂੰ ਸਾਡੇ ਨਾਲ ਵਾਅਦੇ ਕੀਤੇ, ਕਸਮਾਂ ਕੀਤੀਆਂ, ਫਿਰ 10 ਲੱਖ ਉੱਪਰੋਂ ਫੌਜ ਭੇਜ ਦਿੱਤੀ ਹੈ, ਤੂੰ ਬੇਈਮਾਨ ਹੈ। ਬੇਈਮਾਨ ਤੋਂ ਭਾਵ ਹੈ ਬੇਈਮਾਨ, ਤੇਰਾ ਕੋਈ ਈਮਾਨ ਨਹੀਂ, ਤੇਰਾ ਕੋਈ ਧਰਮ ਨਹੀਂ ਹੈ। ਇਹ ਮਹਾਰਾਜ ਨੇ ਲਾਹਨਤ ਪਾਈ ਹੈ। ਬਹੁਰ ਜੰਗ ਚਮਕੌਰ ਕੋ ਬਰਨਿਉ ਕਰ ਥੋੜਾ। ਫਿਰ ਜਿਹੜਾ ਚਮਕੌਰ ਦਾ ਜੰਗ ਹੈ ਉਹ ਅਸੀਂ ਲੜਿਆ, ਉਹਦੇ ਵਿੱਚ ਸਾਡੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ, ਸਾਡੇ ਪੁੱਤਰਾਂ ਨੇ ਸ਼ਹਾਦਤ ਦਿੱਤੀ ਹੈ। ਜੰਗ ਤੇ ਬੜਾ ਵੱਡਾ ਹੋਇਆ ਹੈ, ਪਰ ਅਸੀਂ ਥੋੜਾ ਜਿਹਾ ਤੈਨੂੰ ਵਰਣਨ ਕਰਕੇ ਦੱਸਦੇ ਹਾਂ। ਦੋਜ਼ਖ ਪਰੈ ਜਹ ਸੰਕਟ ਉਪਾਲੰਬ, ਦੋਜ਼ਖ ਪਰੈ ਜਹ ਸੰਕਟ ਘੋਰਾ। ਅੱਛਾ, ਕਹਿਣ ਲੱਗੇ ਤੈਨੂੰ ਐਸੇ ਉਲਾਂਭੇ ਮਿਲਣਗੇ ਜਦੋਂ ਤੂੰ ਸਰੀਰ ਛੱਡ ਕੇ ਪਰਲੋਕ ਨੂੰ ਜਾਵੇਂਗਾ ਨਾ, ਫਿਰ ਤੂੰ ਨਰਕਾਂ ਦੇ ਵਿੱਚ ਪਵੇਂਗਾ। ਉੱਥੇ ਤੈਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪਵੇਗਾ। ਔਰੰਗਜ਼ੇਬ ਬਹੁਤਾ ਸਮਾਂ ਦੁਨੀਆ ਤੇ ਨਹੀਂ ਰਹਿਣਾ ਹੈ, ਜਾਣਾ ਤੇ ਸਾਰਿਆਂ ਨਹੀਂ ਹੈ। ਰੱਬ ਦੀ ਦਰਗਾਹ ਵਿੱਚ ਰਾਜੇ ਦਾ ਵੀ ਤੇ ਭਿਖਾਰੀ ਦਾ ਦੋਨਾਂ ਦਾ ਹਿਸਾਬ ਹੋਣਾ ਹੀ ਹੋਣਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਪਾਪ ਕੀਤੇ ਇਹਨਾਂ ਦੀ ਸਜ਼ਾ ਵਾਸਤੇ ਨਰਕਾਂ ਵਿੱਚ ਪਵੇਂਗਾ, ਦੋਜ਼ਖ ਵਿੱਚ ਪਵੇਂਗਾ, ਬੜਾ ਭਿਆਨਕ ਦੁੱਖ ਸਹਿਣਾ ਪਵੇਗਾ, ਬੜੇ ਭਾਰੀ ਉੱਥੇ ਕਸ਼ਟ ਸਹਿਣੇ ਪੈਂਦੇ ਹਨ। ਬੇਇਨਸਾਫੀ ਤੈਂ ਕਰੀ ਵੰਡ ਚਹਿ ਸਜਾਈ। ਅਗਲਾ ਬਚਨ ਲਿਖਿਆ ਜਫਰਨਾਮੇ ਦੇ ਵਿੱਚ, ਪਾਤਸ਼ਾਹ ਕਹਿੰਦੇ ਬੇਇਨਸਾਫੀ ਕੀਤੀ, ਤੂੰ ਇਨਸਾਫ ਨਹੀਂ ਕੀਤਾ ਹੈ। ਰਾਜੇ ਦਾ ਸੁਭਾਅ ਤੇ ਰਾਜੇ ਦਾ ਇਹ ਜਿਹੜਾ ਹੈ ਵਿਚਾਰ ਹੁੰਦਾ, ਸਾਰਿਆਂ ਨਾਲ ਬਰਾਬਰ ਵਿਚਾਰ ਰੱਖਣਾ, ਸਾਰਿਆਂ ਦੀ ਗੱਲ ਸੁਣਨੀ ਹੈ, ਝੂਠੇ ਨੂੰ ਸਜ਼ਾ ਦੇਣੀ, ਸੱਚੇ ਦਾ ਪੱਖ ਕਰਨਾ। ਪਰ ਤੂੰ ਤੇ ਬੇਇਨਸਾਫ ਕੀਤਾ, ਇਨਸਾਫ ਤੇ ਕੀਤਾ ਹੀ ਕੋਈ ਨਹੀਂ। ਤੇਰੇ ਕੋਲ ਰਾਜਿਆਂ ਨੇ ਜਾ ਕੇ ਸਾਡੀਆਂ ਝੂਠੀਆਂ ਸ਼ਿਕਾਇਤਾਂ ਕਰ ਦਿੱਤੀਆਂ, ਸਾਡੇ ਖਿਲਾਫ ਗਲਤ ਬਚਨ ਕਰ ਦਿੱਤੇ, ਤੂੰ ਉਹਦੇ ਉੱਪਰ ਤਹਿਕੀਕਾਤ ਕੋਈ ਨਹੀਂ ਕੀਤੀ ਹੈ। ਤੂੰ ਉਸੇ ਵੇਲੇ ਫੌਜਾਂ ਨੂੰ ਹੁਕਮ ਦਿੱਤਾ ਵੀ ਚਾੜ ਦਿਓ ਮਹਾਰਾਜ ਦੇ ਉੱਪਰ, ਫੌਜਾਂ ਤੇ ਜੰਗ ਹੋਵੇ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਨੂੰ ਚਾਹੀਦਾ ਇਨਸਾਫ ਕਰਨਾ ਹੈ, ਪਰ ਤੂੰ ਬੇਇਨਸਾਫ ਕੀਤਾ ਹੈ, ਬਲਕਿ ਸਾਡੇ ਨਾਲ ਵੱਡਾ ਜੰਗ ਕੀਤਾ ਹੈ। ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਭਾਈ। ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੀ ਬਾਦਸ਼ਾਹੀ ਹੈ ਨਾ, ਇਹ 8-10 ਦਿਨ ਦੀ ਹੈ, ਕਰ ਲਾ ਮਨ ਭਾਉਂਦੇ ਜਿੰਨੇ ਤੇਰੇ ਤੋਂ ਕੰਮ ਹੁੰਦੇ। ਜਫਰਨਾਮੇ ਵਿੱਚ ਲਿਖਦੇ ਪਏ, ਕਹਿੰਦੇ 8-10 ਦਿਨ ਦੀ ਹੈ ਬਾਦਸ਼ਾਹੀ, ਬਹੁਤਾ ਲੰਮਾ ਸਮਾਂ ਕੋਈ ਨਹੀਂ ਹੈ। ਤੁਸੀਂ ਜਦੋਂ ਦੁਨੀਆ ਦਾ ਇਤਿਹਾਸ ਪੜ੍ਹੋਗੇ ਨਾ ਤੇ ਬਾਦਸ਼ਾਹ ਦਾ ਸਮਾਂ ਪੜ੍ਹੋਗੇ ਨਾ, ਕਿਹੜਾ ਬਾਦਸ਼ਾਹ ਕਿੰਨਾ ਸਮਾਂ ਤਖਤ ਦੇ ਉੱਪਰ ਬੈਠਾ, ਤੇ ਕੁਝ ਸਾਲ, ਕੋਈ 5 ਸਾਲ, ਕੋਈ 10 ਸਾਲ, ਬਸ ਇੰਨੇ ਤੋਂ ਵੱਧ ਸਮਾਂ ਤਖਤ ਦੇ ਉੱਪਰ ਕੋਈ ਰਾਜਾ ਟਿਕ ਹੀ ਨਹੀਂ ਸਕਿਆ। ਦੂਜੇ ਰਾਜਿਆਂ ਨੇ ਹਮਲਾ ਕਰਤਾ, ਕਿਸੇ ਨੇ ਮਾਰ ਦਿੱਤਾ, ਕੋਈ ਇਸੇ ਤਰ੍ਹਾਂ ਹੀ ਆਪਣੇ ਆਪ ਹੀ ਮਰ ਗਿਆ, ਕਦੇ ਕੁਝ ਹੋ ਗਿਆ। ਬਾਦਸ਼ਾਹੀ ਜਿਹੜੀ ਹੈ ਬਹੁਤਾ ਸਮਾਂ ਕੋਲ ਨਹੀਂ ਰਹਿੰਦੀ ਹੈ, ਬਾਦਸ਼ਾਹੀ ਨੂੰ ਖੋਣ ਵਾਸਤੇ ਬੜੇ ਬੜੇ ਪਹਿਲਾਂ ਤਿਆਰ ਰਹਿੰਦੇ। ਮਹਾਰਾਜ ਕਹਿਣ ਲੱਗੇ ਇਹ ਬਾਦਸ਼ਾਹੀ ਜਿਹੜੇ ਤਖਤ ਤੇ ਤੂੰ ਬੈਠਾ ਹੈ, ਲੰਮਾ ਸਮਾਂ ਨਹੀਂ, 8-10 ਦਿਨ ਦਾ ਹੀ ਹੈ ਖੇਡ, ਬਹੁਤੀ ਨਹੀਂ ਹੈ। ਕਰ ਲਾ ਜੋ ਮਨ ਆਉਂਦੀਆਂ ਤੇਰੇ ਕੋਲੋਂ ਹੁੰਦੀਆਂ। ਇਹ ਤਖਤ ਸਦਾ ਨਹੀਂ ਰਹਿਣੇ, ਇਹ ਬਾਦਸ਼ਾਹੀਆਂ ਨਹੀਂ ਰਹਿਣੀਆਂ, ਵਜ਼ੀਰੀਆਂ ਨਹੀਂ ਰਹਿਣੀਆਂ, ਪਾਵਰਾਂ ਸਦਾ ਨਹੀਂ ਰਹਿਣੀਆਂ, ਪਰ ਇਹਨਾਂ ਕੀਤੇ ਕੰਮਾਂ ਦਾ ਫਲ ਭੁਗਣਾ ਪੈਂਦਾ ਹੈ। ਦਾਸਤਾਨ ਬਾਦਸ਼ਾਹਨ ਕੀ ਅਰ ਕੇਤ ਕਾਨ। ਬਾਦਸ਼ਾਹ ਕਹਿਣ ਲੱਗੇ ਦਾਸਤਾਨ ਜਿਹੜੀ ਕਥਾ ਹੈ ਬਾਦਸ਼ਾਹਾਂ ਦੀ, ਉਹ ਕਿੰਨੀ ਕੁ ਹੈ ਦੱਸ ਹੀ ਨਹੀਂ ਸਕਦੇ। ਤੂੰ ਤੇ ਇੱਕ ਬਾਦਸ਼ਾਹ ਨਾ, ਪਤਾ ਨਹੀਂ ਕਿੰਨੇ ਕੁ ਬਾਦਸ਼ਾਹ ਦੁਨੀਆ ਤੇ ਆਏ, ਕਿੰਨੇ ਕੁ ਬਾਦਸ਼ਾਹ ਦੁਨੀਆ ਤੋਂ ਚਲੇ ਗਏ, ਗਿਣਤੀ ਕੋਈ ਨਹੀਂ ਹੈ। ਉਹਨਾਂ ਨੇ ਕੀ ਕੀ ਕੀਤਾ ਦੁਨੀਆ ਦੇ ਵਿੱਚ ਕੋਈ ਦੱਸ ਹੀ ਨਹੀਂ ਸਕਦਾ ਹੈ।
ਇਸਲਾਮ ਦੇ ਧਾਰਮਿਕ ਗ੍ਰੰਥਾਂ ਵਿੱਚ ਬਚਨ ਲਿਖਿਆ ਹੈ ਕਿ ਜਦੋਂ ਵਿਅਕਤੀ ਇੱਕ ਪੈਰ ਧਰਤੀ ਤੇ ਰੱਖਦਾ ਹੈ, ਉਹ ਪੈਰ ਰਾਜੇ ਦੀ ਮੜੀ ਦੇ ਉੱਪਰ, ਕਬਰ ਦੇ ਉੱਪਰ ਹੈ। ਦੂਜਾ ਪੈਰ ਰੱਖੀਏ ਤੇ ਵਜ਼ੀਰ ਦੀ ਕਬਰ ਦੇ ਉੱਪਰ ਪੈਂਦਾ ਹੈ। ਦੁਨੀਆ ਵਿੱਚ ਇੰਨੇ ਰਾਜੇ ਤੇ ਇੰਨੇ ਵਜ਼ੀਰ ਪਹਿਲਾਂ ਇੱਥੋਂ ਰਾਜ ਕਰਕੇ ਚਲੇ ਗਏ। ਹਰੇਕ ਕਦਮ ਦੇ ਥੱਲੇ ਰਾਜਾ ਤੇ ਵਜ਼ੀਰ ਦੱਬਿਆ ਹੋਇਆ। ਰਾਜੇ ਵਜ਼ੀਰਾਂ ਦੀ ਇੰਨੀ ਗਿਣਤੀ ਹੈ, ਆਮ ਲੋਕ ਦੁਨੀਆ ਤੇ ਕਿੰਨੇ ਕੁ ਆਏ ਕੋਈ ਜਾਣਦਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਕੋਈ ਦਾਸਤਾਨ ਸੁਣਾ ਨਹੀਂ ਸਕਦਾ ਰਾਜਿਆਂ ਦੀ, ਕਿੰਨੇ ਕੁ ਦੁਨੀਆ ਤੇ ਆਏ, ਕਿੰਨੇ ਕੁ ਚਲੇ ਗਏ, ਪਰ ਜਿਨ੍ਹਾਂ ਨੇ ਜੋ ਜੋ ਕੀਤਾ ਉਹਨਾਂ ਨੂੰ ਫਲ ਮਿਲਿਆ ਹੈ। ਲਿਖੇ ਬੈਂਤ ਕਰ ਸ਼ਾਇਰੀ ਚਤੁਰਾਈ ਮਹਾਨ। ਸਤਿਗੁਰੂ ਪਾਤਸ਼ਾਹ ਨੇ ਬੜੇ ਸੋਹਣੇ ਬੈਂਤ ਬਣਾ ਕੇ ਨਾ, ਗੁਰਮੁਖੋ ਕਵਿਤਾ ਦਾ ਹੀ ਇੱਕ ਚਾਲ ਦਾ ਨਾਮ ਬੈਂਤ ਹੈ। ਜਿਵੇਂ ਆਪਾਂ ਚੌਪੀ ਪੜ੍ਹਦੇ ਹਾਂ, ਜਿਵੇਂ ਆਪਾਂ ਦੋਹਰਾ ਪੜ੍ਹਦੇ ਹਾਂ, ਸਗਲ ਦਵਾਰ ਕੋ ਛਾੜ ਕੇ ਗਇਓ, ਇਹ ਦੋਹਰਾ ਹੈ। ਚੌਪੀ ਪੜ੍ਹਦੇ ਹਮਰੀ ਕਰੋ ਹਾਥ, ਇਹ ਚੌਪੀ ਦੀ ਚਾਲ ਹੈ। ਇਸ ਤਰ੍ਹਾਂ ਚਾਲ ਕਦੇ ਕਵਿਤ ਬਣਾ ਦਿੱਤਾ, ਕਦੇ ਨਿਸ਼ਾਨੀ ਛੰਦ ਬਣਾ ਦਿੱਤਾ। ਰਸਾਵਲ ਛੰਦ ਆਪਾਂ ਜਾਪ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਹਰ ਬੋਲ ਮਨਾ ਛੰਦ, ਇਹ ਕਵਿਤਾ ਦੇ ਵੱਖਰੀਆਂ ਵੱਖਰੀਆਂ ਚਾਲਾਂ ਦਾ ਨਾਮ ਹੀ ਹੈ। ਬੈਂਤ ਵੀ ਗੁਰਮੁਖੋ ਇੱਕ ਕਵਿਤਾ ਦੀ ਚਾਲ ਹੈ। ਬੜੇ ਸੋਹਣੇ ਬੈਂਤ ਬਣਾ ਕੇ, ਕਵਿਤਾ ਬਣਾ ਕੇ ਮਹਾਰਾਜ ਜੀਆਂ ਨੇ ਬੜੇ ਸੋਹਣੇ ਬਚਨ ਉਸ ਵਿੱਚ ਲਿਖੇ ਹਨ। ਜਸ ਜਸ ਆਸ਼ੈ ਕਹਿਨ ਕੋ ਸਮਝਾਵਨ ਹੇਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਸਮਝਾਉਣਾ ਸੀ ਨਾ ਔਰੰਗਜ਼ੇਬ ਨੂੰ, ਉਵੇਂ ਉਵੇਂ ਦੇ ਬੜੇ ਬੜੇ ਭਾਰੀ ਬਚਨ ਲਿਖੇ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ। ਕਿਉਂਕਿ ਬਾਦਸ਼ਾਹ ਜਿਵੇਂ ਜਿਵੇਂ ਸਮਝ ਆਵੇ, ਇਸ ਤਰ੍ਹਾਂ ਦੀਆਂ ਲਾਹਨਤਾਂ ਵਾਲੇ ਬਚਨ ਉਸ ਬਾਦਸ਼ਾਹ ਨੂੰ ਮਹਾਰਾਜ ਨੇ ਲਿਖੇ ਹਨ। ਕਹੇ ਪ੍ਰਸੰਗ ਅਨੇਕ ਤਸ ਸੁਨ ਮੂੜ ਅਚੇਤਾ। ਮਹਾਰਾਜ ਕਹਿਣ ਲੱਗੇ, ਉਹ ਮੂਰਖ ਰਾਜਿਆ, ਬੇਸਮਝਾ, ਸੁਣ ਸਾਡੇ ਬਚਨ। ਤੂੰ ਭਾਵੇਂ ਆਪਣੇ ਆਪ ਨੂੰ ਸਮਝਦਾਰ ਕਹਿੰਦਾ, ਪਰ ਅਸੀਂ ਤੈਨੂੰ ਬੇਸਮਝਦਾਰ ਕਹਿੰਦੇ ਹਾਂ, ਬੇਅਕਲ ਕਹਿੰਦੇ ਹਾਂ। ਕਿਉਂਕਿ ਰਾਜ ਦੇ ਗੁਮਾਨ ਦੇ ਵਿੱਚ ਤੂੰ ਪਾਪ ਕੀਤੇ, ਇਹਦੀ ਸਜ਼ਾ ਤੈਨੂੰ ਮਿਲਣੀ ਹੈ। ਇਹ ਬਚਨ ਆਖਦੇ ਹਨ। ਕੁਸ਼ਕ ਕਥਾ ਲਿਖ ਆਪਣੀ ਸਨਮੁਖ ਨੌ ਰੰਗੇ। ਸਤਿਗੁਰੂ ਪਾਤਸ਼ਾਹ ਦੀਆਂ ਨੇ ਕੁਝ ਆਪਣੀ ਕਥਾ ਵੀ ਲਿਖੀ ਹੈ, ਵੀ ਅਸੀਂ ਦੁਨੀਆ ਤੇ ਕਿਉਂ ਆਏ, ਅਸੀਂ ਦੁਨੀਆ ਵਿੱਚ ਕੀ ਕੀਤਾ ਹੈ। ਇਹ ਵੀ ਜ਼ਫਰਨਾਮੇ ਵਿੱਚ ਮਹਾਰਾਜ ਨੇ ਥੋੜਾ ਆਪਣਾ ਵੀ ਜ਼ਿਕਰ ਕੀਤਾ ਹੈ। ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਦੀਆਂ ਕਰਤੂਤਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਲਿਖੇ ਹਨ। ਜਿਸ ਪੜ੍ਹਨੇ ਤੇ ਜਾਨ ਹੈ ਮੈਂ ਕੀਨ ਕੁ ਢੰਗੇ। ਸਤਿਗੁਰੂ ਪਾਤਸ਼ਾਹ ਨੇ ਲਿਖਿਆ ਬਚਨ, ਕਹਿਣ ਲੱਗੇ, ਅਸੀਂ ਜ਼ਫਰਨਾਮੇ ਵਿੱਚ ਇਹ ਬਚਨ ਤਾਂ ਲਿਖੇ ਨੇ ਤਾਂ ਕਿ ਤੈਨੂੰ ਇਹ ਪਤਾ ਲੱਗ ਜਾਵੇ ਕਿ ਇਹ ਮੈਂ ਪਾਪ ਕੀਤਾ ਹੈ। ਤੇਰੇ ਪਾਪਾਂ ਦੀ ਕਿਤਾਬ ਤੇਰੇ ਅੱਗੇ ਖੋਲ੍ਹਣ ਲੱਗੇ ਆ, ਤੇਰੇ ਪਾਪਾਂ ਦਾ ਸੀਸਾ ਤੈਨੂੰ ਵਿਖਾਉਣ ਲੱਗੇ ਹਾਂ। ਗੁਰਮੁਖੋ ਜਦੋਂ ਜ਼ਫਰਨਾਮਾ ਲਿਖਿਆ ਗਿਆ ਨਾ, ਔਰੰਗਜ਼ੇਬ ਨੇ ਰੋਕ ਦਿੱਤਾ, ਕੋਈ ਵੀ ਸਿੱਖ ਨਾ ਮੈਨੂੰ ਆ ਕੇ ਮਿਲੇ। ਭਾਈ ਧਰਮ ਸਿੰਘ ਜੀ ਗਏ ਨਾ ਉਸ ਵੇਲੇ ਲੈ ਕੇ ਮਹਾਰਾਜ ਸਾਹਿਬ ਜੀਆਂ ਦਾ ਜ਼ਫਰਨਾਮਾ, ਔਰੰਗਜ਼ੇਬ ਮਿਲਣਾ ਹੀ ਨਹੀਂ ਚਾਹੁੰਦਾ ਹੈ। ਸਿੱਖਾਂ ਨੇ ਫਿਰ ਅਰਦਾਸ ਕੀਤੀ, ਮਹਾਰਾਜ ਔਰੰਗਾ ਮਿਲਣਾ ਨਹੀਂ ਚਾਹੁੰਦਾ। ਉਸ ਵੇਲੇ ਪਾਤਸ਼ਾਹ ਜੀਆਂ ਨੇ ਫਿਰ ਔਰੰਗੇ ਦੀ ਉਸ ਵੇਲੇ ਆਤਮਾ ਨੂੰ ਰੋਕਿਆ। ਮੱਕੇ ਦੇ ਅੰਦਰ ਗਿਆ ਹੋਇਆ ਦਿਦਾਰਾ ਕਰਨ ਵਾਸਤੇ ਆਪਣੇ ਸੂਖਸ਼ਮ ਸਰੀਰ ਦੇ ਨਾਲ। ਫਿਰ ਉੱਥੇ ਤਰਲਾ ਕਰਦਾ, ਮਹਾਰਾਜ ਮੈਨੂੰ ਛੱਡ ਦਿਓ, ਮੈਂ ਜਾਂਦੇ ਤੁਹਾਡੇ ਸਿੱਖਾਂ ਨੂੰ ਮਿਲਦਾ ਹਾਂ। ਫਿਰ ਜਦੋਂ ਸਿੱਖਾਂ ਨੂੰ ਆ ਕੇ ਜਦੋਂ ਸਰੀਰ ਵਿੱਚ ਮਿਲਿਆ, ਉਸੇ ਵੇਲੇ ਸਿਪਾਹੀਆਂ ਨੂੰ ਕਹਿੰਦਾ, ਸਿੱਖ ਆਏ ਮਹਾਰਾਜ ਦੇ, ਲਿਆਓ ਬੁਲਾ ਕੇ ਮੇਰੇ ਕੋਲ। ਮਿਲਿਆ, ਜਿਵੇਂ ਜਿਵੇਂ ਜ਼ਫਰਨਾਮਾ ਪੜ੍ਹਦਾ ਰੋਂਦਾ ਪਿਆ, ਪਛਚਾਤਾਪ ਕਰਦਾ, ਇਹ ਮੈਂ ਇੰਨੇ ਪਾਪ ਕੀਤੇ। ਉਸੇ ਵੇਲੇ ਕਹਿਣ ਲੱਗਾ ਆਪਣੇ ਵਜ਼ੀਰਾਂ ਨੂੰ, ਜਾਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੁਲਾ ਕੇ ਲਿਆਓ, ਮੈਂ ਦਰਸ਼ਨ ਕਰਨੇ ਚਾਹੁੰਦਾ, ਮੈਂ ਆਪਣੇ ਪਾਪ ਬਖਸ਼ਾ ਲਵਾਂ, ਮੈਂ ਆਪਣੀ ਗਲਤੀ ਦੀ ਭੁੱਲ ਮੰਨ ਲਵਾਂ। ਇੱਕ ਚਿੱਠੀ ਵੀ ਲਿਖਦਾ ਹੈ ਜਿਹਦੇ ਵਿੱਚ ਇਹ ਬਚਨ ਮੰਨਦਾ ਕਿ ਮਹਾਰਾਜ ਮੇਰੇ ਕੋਲੋਂ ਗੁਨਾਹ ਹੋਏ, ਪਾਪ ਹੋਏ, ਮਿਲਣਾ ਤੇ ਚਾਹੁੰਦਾ ਪਰ ਮਿਲਣ ਦਾ ਸਮਾਂ ਹੀ ਨਹੀਂ ਮਿਲਿਆ। ਔਰੰਗਜ਼ੇਬ ਪਹਿਲਾਂ ਹੀ ਮਰ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਰਸਤੇ ਵਿੱਚ ਸੁਨੇਹਾ ਮਿਲਿਆ ਸੀ, ਮਹਾਰਾਜ ਜੀ ਔਰੰਗਾ ਮਰ ਗਿਆ ਹੈ। ਪਾਤਸ਼ਾਹ ਮਿਲਣ ਵਾਸਤੇ ਜਦੋਂ ਬੁਲਾਇਆ ਇਸ ਨੇ, ਇਹ ਇਤਿਹਾਸ ਆਪਾਂ ਅੱਗੇ ਜਾ ਕੇ ਸਰਵਣ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀਆਂ ਨੇ ਐਸੇ ਬਚਨ ਲਿਖੇ ਜਿਹਦੇ ਵਿੱਚ ਇਹ ਪਤਾ ਲੱਗ ਗਿਆ ਵੀ ਔਰੰਗਜ਼ੇਬ ਤੂੰ ਕਿਹੜੇ ਕਿਹੜੇ ਪਾਪ ਕੀਤੇ। ਇਹ ਬਚਨ ਲਿਖੇ ਵੀ ਅਸੀਂ ਦੁਨੀਆ ਵਿੱਚ ਕਾਹਦੇ ਵਾਸਤੇ ਆਏ। ਐਸੇ ਬਚਨ ਲਿਖੇ ਹਨ। ਪਾਤਸ਼ਾਹ ਪ੍ਰਭ ਨੇ ਕਰੇ ਜਿਨ ਧਰਮ ਦ੍ਰਿੜਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪ੍ਰਮਾਤਮਾ ਨੇ ਪਾਤਸ਼ਾਹ ਕਈ ਕੀਤੇ ਨੇ, ਤੇਰੇ ਵਰਗੇ ਬਾਦਸ਼ਾਹ ਪਤਾ ਨਹੀਂ ਕਿੰਨੇ ਦੁਨੀਆ ਤੇ ਆਏ, ਕਿੰਨੇ ਕੁ ਚਲੇ ਗਏ ਜਿਨ੍ਹਾਂ ਨੇ ਧਰਮ ਕਮਾਇਆ, ਦੁਨੀਆ ਤੇ ਆ ਕੇ ਧਰਮ ਦੇ ਕਾਰਜ ਕਰਵਾਏ ਹਨ। ਕੇਤਕ ਗਿਨ ਹਉ ਜਗਤ ਮੈਂ ਜਸ ਧਰਮ ਕਮਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿੰਨੇ ਕੁ ਰਾਜਿਆਂ ਦੀ ਗਿਣਤੀ ਕਰੀਏ ਭਾਈ ਜਿਨ੍ਹਾਂ ਨੇ ਦੁਨੀਆ ਤੇ ਆ ਕੇ ਧਰਮ ਕਮਾਇਆ ਹੈ। ਗੁਰਮੁਖੋ ਸਾਰੇ ਬਾਦਸ਼ਾਹ ਪਾਪੀ ਨਹੀਂ ਹੋਏ, ਕਈ ਬੜੇ ਬੜੇ ਚੰਗੇ ਬਾਦਸ਼ਾਹ ਸਨ ਜਿਹੜੇ ਸਵੇਰੇ ਉੱਠ ਕੇ ਆਪ ਭਜਨ ਸਿਮਰਨ ਕਰਦੇ, ਦਾਨ ਪੁੰਨ ਕਰਦੇ, ਪ੍ਰਜਾ ਨੂੰ ਵੀ ਪ੍ਰੇਰਦੇ। ਇਸ ਤਰ੍ਹਾਂ ਦੇ ਚੰਗੇ ਰਾਜੇ ਵੀ ਦੁਨੀਆ ਵਿੱਚ ਹੋਏ। ਤੇ ਜੇ ਆਪਾਂ ਕਹਿ ਲਈਏ
ਮਾੜੇ ਪਾਪੀ ਵੀ ਬੜੇ ਦੁਨੀਆ ਤੇ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਤਾ ਨਹੀਂ ਇਸ ਦੁਨੀਆ ਤੇ ਕਿੰਨੇ ਕੁ ਰਾਜੇ ਆਏ ਜਿਨ੍ਹਾਂ ਨੇ ਬੜੇ ਬੜੇ ਚੰਗੇ ਕੰਮ ਕਰਕੇ ਆਪਣਾ ਜਸ ਖੱਟਿਆ ਹੈ, ਐਸੇ ਵੀ ਦੁਨੀਆ ਤੇ ਹੋਏ ਹਨ। ਤੂੰ ਨੌ ਰੰਗ ਪਾਤਸ਼ਾਹੋ ਸੁਨ ਪਾਤਸ਼ਾਹੀ ਬੈਠਾ। ਪਾਤਸ਼ਾਹ ਕਹਿਣ ਲੱਗੇ ਔਰੰਗਿਆ ਤੂੰ ਆਪਣੇ ਆਪ ਨੂੰ ਬਾਦਸ਼ਾਹ ਮੰਨ ਕੇ ਤਖਤ ਤੇ ਬੈਠਾ। ਗੁਰਮੁਖੋ ਔਰੰਗਜ਼ੇਬ ਦਾ ਨਾਮ ਇਸ ਨੇ ਤਾਂ ਲਿਖਵਾਇਆ, ਇਹਦਾ ਜਨਮ ਦਾ ਨਾਮ ਔਰੰਗਜ਼ੇਬ ਨਹੀਂ। ਤਖਤ ਤੇ ਬੈਠ ਕੇ ਇਸ ਨੇ ਆਖਿਆ ਮੈਨੂੰ ਔਰੰਗਜ਼ੇਬ ਆਖਿਆ ਕਰੋ। ਔਰੰਗਜ਼ੇਬ ਤੋਂ ਭਾਵ ਇਹ ਹੈ ਕਿ ਆਪਣੇ ਤਖਤ ਨੂੰ ਚਾਰ ਚੰਨ ਲਾਉਣ ਵਾਲਾ, ਤਖਤ ਦੀ ਸ਼ੋਭਾ ਵਧਾਉਣ ਵਾਲਾ, ਤਖਤ ਦੀ ਵਡਿਆਈ ਬਣਾਉਣ ਵਾਲਾ ਔਰੰਗਜ਼ੇਬ ਤੋਂ ਭਾਵ ਇਹ ਹੈ। ਮਹਾਰਾਜ ਕਹਿੰਦੇ ਨਾਮ ਤੇ ਵੱਡਾ ਰਖਵਾ ਲਿਆ ਵੀ ਔਰੰਗਜ਼ੇਬ, ਤਖਤ ਨੂੰ ਚਾਰ ਚੰਨ ਲਾਉਣ ਵਾਲਾ, ਸ਼ੋਭਾ ਵਧਾਉਣ ਵਾਲਾ। ਪਰ ਆਪਣੀਆਂ ਕਰਤੂਤਾਂ ਵੇਖ ਕਿ ਤੂੰ ਤਖਤ ਦੀ ਸ਼ੋਭਾ ਬਣਾਈ ਹੈ ਕਿ ਗਵਾਈ ਹੈ। ਇਹ ਮਹਾਰਾਜ ਨੇ ਬਚਨ ਲਿਖੇ ਸਨ। ਪਾਤਸ਼ਾਹ ਕਹਿਣ ਲੱਗੇ ਤੂੰ ਨਾ ਰੰਗ ਪਾਤਸ਼ਾਹ। ਔਰੰਗਿਆ ਤੂੰ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਹੈ, ਪਰ ਤੂੰ ਬਾਦਸ਼ਾਹੀ ਦੇ ਉੱਪਰ ਬੈਠ ਤੇ ਗਿਆ ਹੈ। ਪਾਪ ਤੂੰ ਬੜੇ ਕੀਤੇ ਸੁਣਨਾ ਕਰ। ਚਾਹੀਏ ਧਰਮ ਕਮਾਵਨੋ ਕੀਏ ਪਾਪ ਇਕੱਠਾ। ਚਾਹੀਦਾ ਤੇ ਇਹ ਸੀ ਵੀ ਤੈਨੂੰ ਧਰਮ ਕਮਾਉਣਾ। ਬਾਦਸ਼ਾਹੀ ਸਾਰਿਆਂ ਨੂੰ ਥੋੜਾ ਮਿਲਦੀ ਹੈ, ਕਿਸੇ ਵਿਰਲੇ ਨੂੰ ਮਿਲਦੀ ਹੈ। ਤੈਨੂੰ ਬਾਦਸ਼ਾਹੀ ਮਿਲੀ ਹੈ, ਪਰ ਬਾਦਸ਼ਾਹ ਬਣਦਿਆਂ ਨਾਲ ਤੂੰ ਬੜੇ ਪਾਪ ਕੀਤੇ। ਬਚਨ ਇਹ ਹੈ ਜਿੰਨੇ ਪਾਪ ਕੀਤੇ ਉਹਨਾਂ ਫਲ ਤੈਨੂੰ ਭੁਗਣਾ ਪਵੇਗਾ। ਇਹ ਬਚਨ ਹੋਇਆ ਹੈ। ਬਾਦਸ਼ਾਹੀ ਸਾਰਿਆਂ ਨੂੰ ਨਹੀਂ ਮਿਲਦੀ ਹੈ, ਪਰ ਜਿਹੜਾ ਬਾਦਸ਼ਾਹ ਬਣ ਕੇ ਪਾਪ ਕਰੇ ਉਹਦਾ ਫਲ ਉਸ ਨੂੰ ਭੁਗਣਾ ਪੈਂਦਾ ਹੈ। ਖਾਲਕ ਕੀ ਦਰਗਾਹ ਮੈਂ ਮੋਹ ਕਿਆ ਲੈ ਜਾਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਦੋਂ ਰੱਬ ਦੀ ਦਰਗਾਹ ਵਿੱਚ ਜਾਵੇਂਗਾ ਔਰੰਗਿਆ ਕਿਹੜਾ ਮੂੰਹ ਲੈ ਕੇ ਜਾਵੇਂਗਾ। ਬਚਨ ਬਾਣੀ ਦਾ ਪੜ੍ਹਦੇ ਹਨ, ਧਰਮ ਰਾਏ ਜਬ ਲੇਖਾ ਮੰਗੈ ਤਬ ਕਿਆ ਮੁਖ ਲੈ ਕੇ ਜਾਏਗਾ। ਬਚਨ ਹੈ ਨਾ, ਜਦੋਂ ਧਰਮਰਾਜ ਦੀ ਦਰਗਾਹ ਵਿੱਚ ਜਾਣਾ ਉੱਥੇ ਕੀ ਮੂੰਹ ਵਿਖਾਵੇਂਗਾ, ਕਿਉਂਕਿ ਜਦੋਂ ਕੰਮ ਹੀ ਮਾੜੇ ਕੀਤੇ ਤੇ ਫਿਰ ਮੂੰਹ ਛੁਪਾਉਣਾ ਪਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਤੂੰ ਬੜੇ ਪਾਪ ਕੀਤੇ। ਜਦੋਂ ਰੱਬ ਦੀ ਦਰਗਾਹ ਵਿੱਚ ਤੈਨੂੰ ਖੜਿਆ ਜਾਣਾ, ਉੱਥੇ ਖਿਲਾਰਿਆ ਜਾਵੇਗਾ ਤੇ ਫਿਰ ਕੀ ਮੂੰਹ ਵਿਖਾਵੇਂਗਾ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ, ਕਰ ਅਵਗਣ ਪਛੋ ਤਾਵਨਾ। ਅਵਗਣ ਤੇ ਬੰਦਾ ਕਰਦਾ ਹੈ, ਪਰ ਜਦੋਂ ਅਵਗੁਣਾਂ ਦਾ ਫਲ ਮਿਲੇਗਾ ਫਿਰ ਪਛਚਾਤਾਪ। ਤਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਐਸਾ ਕੰਮ ਮੂਲੇ ਨਾ ਕੀਚਿਆ ਜਿਤ ਅੰਤ ਪਛੋ ਤਾਈਏ। ਉਹ ਕੰਮ ਕਿਉਂ ਕੀਤਾ ਜਿਹਨੂੰ ਕਰਕੇ ਪਛਤਾਉਣਾ ਪਵੇ। ਸੋ ਮਹਾਰਾਜ ਕਹਿਣ ਲੱਗੇ ਭਾਈ ਤੂੰ ਬੜੇ ਭਾਰੀ ਪਾਪ ਕੀਤੇ, ਉਹਨਾਂ ਦੀ ਸਜ਼ਾ ਤੈਨੂੰ ਮਿਲਣੀ ਹੈ। ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ। ਗੁਰਮੁਖੋ ਬੰਦਾ ਚੰਗਾ ਕੰਮ ਕਰੇ ਉਹ ਵੀ ਨਾਲ ਜਾਣਾ ਹੈ, ਮਾੜਾ ਕੰਮ ਕਰੇ ਉਹ ਵੀ ਨਾਲ ਜਾਣਾ ਹੈ। ਜਿੰਨੇ ਤੂੰ ਚੰਗੇ ਕੰਮ ਕੀਤੇ ਤੇਰੇ ਨਾਲ ਜਾਣਗੇ, ਜਿੰਨੇ ਮਾੜੇ ਕੀਤੇ ਉਹ ਵੀ ਨਾਲ ਜਾਣਗੇ। ਤੇਰੇ ਪਾਪਾਂ ਨੂੰ ਕਿਸੇ ਨੇ ਵਡਾਉਣਾ ਨਹੀਂ ਹੈ। ਗੁਰਬਾਣੀ ਦਾ ਬਚਨ ਹੈ ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੇ ਥਾਏ। ਜਿਹੜੇ ਹੱਥ ਨਾਲ ਕੰਡਾ ਬੀਜਿਆ ਉਸੇ ਹੱਥ ਨਾਲ ਚੁਗਣਾ ਵੀ ਪਵੇਗਾ। ਸੋ ਪਾਤਸ਼ਾਹ ਦਾ ਬਚਨ ਪਾਪ ਕਮਾਉਂਦਿਆ ਤੇਰਾ ਕੋਏ ਨਾ ਬੇਲੀ। ਬੇਲੀ ਰਾਮ। ਪਾਪ ਦਾ ਹਿੱਸਾ ਵੰਡਾਉਣ ਵਾਸਤੇ ਕਿਸੇ ਨੇ ਨਹੀਂ ਉਹ ਨਾਲ ਖੜਨਾ, ਸਾਰਿਆਂ ਨੇ ਪਾਸੇ ਹੋ ਜਾਣਾ। ਉਹ ਲੇਖਾ ਤੈਨੂੰ ਦੇਣਾ ਪੈਣਾ ਆਪਣੇ ਆਪ ਨੂੰ, ਕਿਸੇ ਦੂਜੇ ਨੇ ਨਹੀਂ ਦੇਣਾ ਹੈ। ਬਚਨ ਆ ਗਿਆ ਬੁਰਾ ਭਲਾ ਜੋ ਤੂੰ ਕੀਆ ਸੋ ਸੰਗ ਸਿਧਾਵੈ। ਜਿੰਨੇ ਚੰਗੇ ਕੰਮ ਕੀਤੇ ਨਾਲ ਜਾਣੇ, ਜਿੰਨੇ ਪਾਪ ਕੀਤੇ ਉਹ ਵੀ ਨਾਲ ਜਾਣੇ। ਉਹਨਾਂ ਦਾ ਹਿਸਾਬ ਦੇਣਾ ਪਵੇਗਾ। ਇਹ ਜਫਰਨਾਮਾ ਲਿਖਦੇ ਪਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਔਰੰਗਜ਼ੇਬ ਨੂੰ, ਤੇਰੇ ਪਾਪ ਕੀਤੇ ਹੋਏ ਤੇਰੇ ਨਾਲ ਜਾਣੇ ਹਨ। ਪਹਿਲਾਂ ਲਿਖਿਆ ਮਿਲਨ ਕੋ ਦਿਲ ਦਗਾ ਕਮਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਚਿੱਠੀ ਵਿੱਚ ਤੂੰ ਲਿਖਿਆ ਸੀ ਨਾ ਇਹ ਬਚਨ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੈਂ ਕਸਮ ਖਾਂਦਾ ਹਾਂ ਕੁਰਾਨ ਸ਼ਰੀਫ ਦੀ, ਮੈਂ ਕਸਮ ਖਾਂਦਾ ਹਾਂ ਹਜ਼ਰਤ ਮੁਹੰਮਦ ਸਾਹਿਬ ਦੀ, ਮੈਂ ਆਪਣੇ ਧਰਮ ਦੀ ਕਸਮ ਖਾ ਕੇ ਇਹ ਗੱਲ ਕਹਿੰਦਾ ਹਾਂ ਪਾਤਸ਼ਾਹ ਮੈਂ ਤੁਹਾਡੇ ਤੇ ਹਮਲਾ ਨਹੀਂ ਕਰਾਂਗਾ, ਕੇਵਲ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਪਾਤਸ਼ਾਹ ਕਹਿਣ ਲੱਗੇ ਸਭ ਕੁਝ ਲਿਖ ਕੇ ਫਿਰ ਦਗਾ ਕਮਾਇਆ। ਬਾਅਦ ਵਿੱਚ ਦਗਾ ਕਹੀਏ ਧੋਖਾ ਦਿੱਤਾ। ਅਸੀਂ ਤੇਰੇ ਕਹਿਣੇ ਤੇ ਇਤਬਾਰ ਕਰਕੇ ਕਿਲਾ ਛੱਡਿਆ, ਅਸੀਂ ਕਿਲੇ ਤੋਂ ਬਾਹਰ ਆਏ ਤੇ ਉਸੇ ਵੇਲੇ ਤੇਰੀਆਂ ਫੌਜਾਂ ਨੇ ਸਾਨੂੰ ਘੇਰਾ ਪਾ ਲਿਆ। ਇਹ ਤੂੰ ਬੜਾ ਮਾੜਾ ਕੰਮ ਕੀਤਾ ਹੈ, ਲਾਹਨਤ ਵਾਲਾ ਕੰਮ ਕੀਤਾ ਹੈ, ਵਿਸ਼ਵਾਸ ਦਿਵਾ ਕੇ ਤੇ ਧੋਖੇਬਾਜ਼ੀ ਕੀਤੀ ਹੈ। ਫੌਜਾਂ ਚਾੜ ਅਗਿਨਤ ਹੀ ਘੇਰਾ ਕਰਵਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਉੱਪਰ ਅਣਗਿਣਤ ਫੌਜਾਂ, ਜਿਨ੍ਹਾਂ ਦੀ ਗਿਣਤੀ ਕੋਈ ਨਾ ਹੋਵੇ, ਇੰਨੀਆਂ ਫੌਜਾਂ ਸਾਡੇ ਉੱਪਰ ਚਾੜ ਦਿੱਤੀਆਂ ਜਿਵੇਂ ਅਸੀਂ ਕਿਸੇ ਦੇਸ਼ ਦਾ ਕਬਜ਼ਾ ਲੈਣ ਵਾਸਤੇ ਤੁਰੇ ਹਾਂ।
ਜਿਵੇਂ ਅਸੀਂ ਕੋਈ ਦੇਸ਼ ਜਿੱਤ ਲਿਆ ਹੋਵੇ, ਤੂੰ ਇਸ ਤਰ੍ਹਾਂ ਸਾਡੇ ਉੱਪਰ ਬੇਅੰਤ ਫੌਜ ਚਾੜ ਦਿੱਤੀ ਹੈ। क्या इंसाफी तुझ करी कर मन ਸਤਿਗੁਰੂ अभिमाना। ਪਾਤਸ਼ਾਹ ਕਹਿਣ ਲੱਗੇ ਕੀ ਇਨਸਾਫ ਕੀਤਾ ਹੈ, ਦੱਸ ਕੀ ਤੇਰੇ ਰਾਜ ਦਾ ਇਨਸਾਫ ਹੈ? ਜਿੱਥੇ ਬਾਦਸ਼ਾਹ ਹੀ ਇਹੋ ਜਿਹਾ ਹੋਵੇ, ਉੱਥੇ ਪ੍ਰਜਾ ਤੋਂ ਵਜ਼ੀਰਾਂ ਤੋਂ ਕੀ ਉਮੀਦ ਕਰ ਸਕਦੇ ਆ? ਤੇਰੇ ਕਾਨੂੰਨ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਅਸੀਂ ਕੀ ਇਹੋ ਜਿਹਾ ਮਾੜਾ ਕਰਮ ਕਰ ਦਿੱਤਾ? ਤੂੰ ਸਾਡੇ ਉੱਪਰ ਲੱਖਾਂ ਦੀ ਗਿਣਤੀ ਵਿੱਚ ਫੌਜ ਚੜਾ ਕੇ ਰਾਤੋਂ ਰਾਤ ਸਾਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ, ਰਾਤੋਂ ਰਾਤ ਸਾਡਾ ਪਰਿਵਾਰ ਵਿਛੜਿਆ। ਅਤੇ ਫਿਰ ਲੱਖਾਂ ਫੌਜਾਂ ਨੇ ਗਿਣਤੀ ਦੀ ਵਿਚਾਰ ਕੋਈ ਨਹੀਂ ਕੀਤੀ ਹੈ। ਕੋਈ ਜੰਗ ਦੇ ਵਿੱਚ ਧਰਮ ਨਹੀਂ ਵਰਤਿਆ ਗਿਆ ਹੈ ਵੀ ਹੁਣ ਦਿਨ ਚੜ੍ਹਿਆ ਤੇ ਜੰਗ ਕਰੀਏ, ਰਾਤ ਪੈ ਗਈ ਹੈ ਤੇ ਹਟ ਜਾਈਏ। ਨਹੀਂ, ਜਦੋਂ ਮੌਕਾ ਮਿਲਿਆ ਉਦੋਂ ਹੀ ਤੀਰ ਤੇ ਗੋਲੀਆਂ ਚੱਲਦੇ। ਪਾਤਸ਼ਾਹ ਕਹਿਣ ਲੱਗੇ ਕਿਹੜੀ ਇਨਸਾਫ ਵਾਲਾ ਤੂੰ ਕੰਮ ਕੀਤਾ ਹੈ, ਇਹ ਸਾਨੂੰ ਦੱਸਣਾ ਕਰ। झूठा पढ़ है कुरान तू नहीं अमल कमाना। ਅਗਲਾ ਬਚਨ ਲਿਖਿਆ, ਪਾਤਸ਼ਾਹ ਕਹਿੰਦੇ ਹੋ ਸਕਦਾ ਤੂੰ ਕੁਰਾਨ ਸ਼ਰੀਫ ਪੜ੍ਹਦਾ ਹੋਵੇ। ਕੁਰਾਨ ਸ਼ਰੀਫ ਜਿਹੜਾ ਹੈ ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਹੈ। ਸੋ ਮਹਾਰਾਜ ਕਹਿਣ ਲੱਗੇ ਹੋ ਸਕਦਾ ਤੂੰ ਕੁਰਾਨ ਸ਼ਰੀਫ ਪੜ੍ਹਦਾ ਹੋਵੇ, ਪਰ ਜੇ ਤੂੰ ਪੜ੍ਹਦਾ ਹੈ ਨਾ ਤੇ ਤੂੰ ਝੂਠਾ ਹੀ ਪੜ੍ਹਦਾ ਹੈ। ਝੂਠਾ ਕਿਉਂ ਪੜ੍ਹਦਾ ਹੈ? ਕਿਉਂਕਿ ਕੁਰਾਨ ਨੂੰ ਪੜ੍ਹ ਕੇ ਤੂੰ ਉਹਦੇ ਉੱਪਰ ਅਮਲ ਨਹੀਂ ਕਰਦਾ ਹੈ ਵੀ ਗ੍ਰੰਥ ਕਹਿੰਦਾ ਕੀ ਹੈ। ਹਜ਼ਰਤ ਮੁਹੰਮਦ ਸਾਹਿਬ ਦੀਆਂ ਆਇਤਾਂ ਪੜ੍ਹਦਾ ਜ਼ਰੂਰ ਹੈ ਕੁਰਾਨ ਦੇ ਵਿੱਚ, ਪਰ ਉਹ ਗ੍ਰੰਥ ਕਹਿੰਦਾ ਕੀ ਹੈ? ਕਮਾਈ ਨਹੀਂ ਹੈ ਤੇਰੀ, ਤੂੰ ਝੂਠਾ ਹੀ ਪੜ੍ਹਿਆ, ਵਿਖਾਵੇ ਮਾਤਰ ਹੀ ਪੜ੍ਹਦਾ ਵੀ ਦੁਨੀਆ ਵੇਖੇ ਵੀ ਉਹ ਰੰਗ ਜੇ ਬੈਠਾ ਕੁਰਾਨ ਪੜ੍ਹਦਾ ਪਿਆ, ਉਹ ਰੰਗ ਜੇ ਬੈਠਾ ਤਸਬੀਹ ਫੇਰਦਾ, ਮਾਲਾ ਫੇਰਦਾ ਪਿਆ, ਉਹ ਰੰਗ ਜੇ ਬੈਠਾ ਪੀਰਾਂ ਦੀ ਸੇਵਾ ਕਰਦਾ ਪਿਆ। ਨਹੀਂ, ਵਿਖਾਵਾ ਹੀ ਹੈ, ਅਮਲ ਕੋਈ ਨਹੀਂ ਕੀਤਾ। ਤੂੰ ਧਰਮ ਨੂੰ ਵਿੱਚ ਲਿਆ ਕੇ ਪਾਪ ਕੀਤਾ ਹੈ। जे तू कहा है कि संग मम इंसाफ कमाई। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਤੂੰ ਜੇ ਇਹ ਗੱਲ ਕਵੇਂ ਵੀ ਤੇਰੇ ਨਾਲ ਇਨਸਾਫ ਕਰੀਏ, ਐਸ ਲੋਕ ਦੇ ਵਿੱਚ ਤੇ ਬਾਦਸ਼ਾਹ ਬਣ ਕੇ ਤੂੰ ਪਾਪ ਕੀਤੇ, ਹੁਣ ਰੱਬ ਦੀ ਦਰਗਾਹ ਵਿੱਚ ਜੇ ਤੂੰ ਕਵੇਂ ਕਿ ਮੇਰੇ ਨਾਲ ਇਨਸਾਫ ਕਰੋ, ਇਨਸਾਫ ਕਰੋ, ਜੇ ਹੁਣ ਇਨਸਾਫ ਮੰਗਦਾ ਹੈ। सो सुन दे कर कान को सब कहो बनाई। ਮਹਾਰਾਜ ਕਹਿਣ ਲੱਗੇ ਕੰਨ ਦੇ ਕੇ ਸੁਣ, ਭਾਵ ਇਹ ਹੈ ਵੀ ਧਿਆਨ ਦੇ ਨਾਲ ਸੁਣ। ਅਜੇ ਜਫਰਨਾਮਾ ਮੁੱਕਿਆ ਨਹੀਂ, ਤੈਨੂੰ ਅਜੇ ਦੱਸਦੇ ਹਾਂ ਵੀ ਕਾਰਨ ਕੀ ਹੈ। ਜੇ ਤੂੰ ਇਹ ਗੱਲ ਕਵੇਂ ਨਾ ਵੀ ਮੈਂ ਬੜਾ ਇਨਸਾਫ ਕਰਨ ਵਾਲਾ ਰਾਜਾ, ਮੈਂ ਤੇ ਐ ਪਾਈ ਪਾਈ ਦਾ ਇਨਸਾਫ ਕਰ ਦਿੰਦਾ, ਜੇ ਤੂੰ ਇਹ ਗੱਲ ਕਹਿੰਦਾ ਹੈ ਵੀ ਤੂੰ ਬੜਾ ਇਨਸਾਫ ਕਰਦਾ ਹੈ, ਫਿਰ ਤੈਨੂੰ ਅਸੀਂ ਹਕੀਕਤ ਵਿਖਾਉਂਦੇ ਹਾਂ, ਤੈਨੂੰ ਸੱਚ ਵਿਖਾਉਂਦੇ ਹਾਂ ਵੀ ਤੂੰ ਕੀ ਕੀਤਾ ਹੈ। एक सिला पर बस्त थो किस ग्राम न रोका। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਇੱਕ ਪਹਾੜੀ ਦੇ ਉੱਪਰ ਹੀ ਵਾਸਾ ਕੀਤਾ ਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀ ਗੱਲ ਕਰਦੇ ਪਏ। ਔਰੰਗਜ਼ੇਬ ਅਸੀਂ ਤੇਰਾ ਕੀ ਵਿਗਾੜਿਆ ਹੈ? ਅਸੀਂ ਇੱਕ ਪਹਾੜੀ ਨੂੰ ਖਰੀਦ ਕੇ ਇੱਕ ਇਲਾਕਾ ਖਰੀਦਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ 57,000 1 ਲੱਖ ਤੇ 57,000 ਰੁਪਈਆ ਦੇ ਕੇ ਨਾ ਉਹਨਾਂ ਸਮਿਆਂ ਦੇ ਵਿੱਚ ਤੇ ਅਨੰਦਪੁਰ ਸਾਹਿਬ ਦੇ ਸਾਰੇ ਪਰਗਨੇ ਨੂੰ ਖਰੀਦਿਆ ਸੀ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਉੱਥੇ ਹੀ ਆਪਣਾ ਘਰ ਬਣਾਇਆ। ਇਹ ਉਹ ਬਚਨ ਲਿਖਦੇ ਪਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਅਸੀਂ ਤੇਰੇ ਕਿਸੇ ਰਾਜ ਤੇ ਨਹੀਂ ਕਬਜ਼ਾ ਕੀਤਾ, ਤੇਰੇ ਕਿਸੇ ਸ਼ਹਿਰ ਤੇ ਕਬਜ਼ਾ ਨਹੀਂ ਕੀਤਾ, ਤੇਰੀ ਕਿਸੇ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ। ਇੱਕ ਛੋਟੀ ਜੀ ਪਹਾੜੀ ਖਰੀਦ ਕੇ ਉਹਦੇ ਉੱਪਰ ਅਸੀਂ ਆਪਣਾ ਨਗਰ ਵਸਾਇਆ। ਉਹ ਵੀ ਅਸੀਂ ਤੇਰੇ ਕੋਲੋਂ ਖੋਈ ਨਹੀਂ ਹੈ, ਉਹਦੇ ਵਾਸਤੇ ਸਾਡੇ ਪਿਤਾ ਨੇ ਤੈਨੂੰ ਮਾਇਆ ਦਿੱਤੀ ਹੈ, ਪੈਸੇ ਦੇ ਕੇ ਫਿਰ ਆਪਣੀ ਧਰਤੀ ਖਰੀਦ ਕੇ ਅਸੀਂ ਵਸੇ ਹਾਂ। ਦੱਸ ਅਸੀਂ ਤੇਰਾ ਕਿਹੜਾ ਦੇਸ਼ ਰੋਕ ਲਿਆ ਸੀ ਜਿਹੜਾ ਤੂੰ ਸਾਡੇ ਉੱਪਰ ਇੰਨੀ ਵੱਡੀ ਫੌਜ ਚੜਾ ਕੇ ਅਨੰਦਪੁਰ ਸਾਹਿਬ ਨੂੰ ਕਦੇ ਘੇਰਾ ਪਾ ਕੇ ਬੈਠ ਗਿਆ, ਕਦੇ ਸਰਸਾ ਦਾ ਜੰਗ ਤੇ ਕਦੇ ਚਮਕੌਰ ਦਾ ਜੰਗ ਕਰਵਾਉਂਦਾ ਪਿਆ ਹੈ। ਤੈਨੂੰ ਸ਼ਰਮ ਨਾ ਆਈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇਰਾ ਕੀ ਵਿਗਾੜਿਆ? ਅਸੀਂ ਕੋਈ ਤੇਰਾ ਇਲਾਕਾ ਨਹੀਂ ਸੀ ਰੋਕਿਆ, ਅਸੀਂ ਆਪਣਾ ਨਗਰ ਮੁੱਲ ਖਰੀਦ ਕੇ ਜਗ੍ਹਾ ਉਹਦੇ ਉੱਪਰ ਆ ਕੇ ਬੈਠੇ ਹਾਂ। देश मुल्क न रोकिया बिन दावे ओका। ਨਾ ਅਸੀਂ ਤੇਰਾ ਕੋਈ ਦੇਸ਼ ਜਿੱਤਿਆ, ਨਾ ਅਸੀਂ ਕਿਸੇ ਪਿੰਡ ਦੇ ਉੱਪਰ ਜਾਂ ਸ਼ਹਿਰ ਦੇ ਉੱਪਰ ਕਬਜ਼ਾ ਕੀਤਾ। ਇੱਥੋਂ ਤੱਕ ਵੀ ਅਸੀਂ ਕਦੇ ਦਾਵਾ ਵੀ ਨਹੀਂ ਕੀਤਾ ਵੀ ਫਲਾਣਾ ਦੇਸ਼ ਸਾਡਾ ਹੈ, ਫਲਾਣਾ ਇਲਾਕਾ ਸਾਡਾ, ਫਲਾਣਾ ਪਿੰਡ ਸਾਡਾ। ਪਿੰਡ ਰੋਕ ਲੈਣਾ ਵੱਖਰੀ ਗੱਲ ਹੈ, ਪਿੰਡ ਰੋਕਣ ਦਾ ਦਾਵਾ ਕਰ ਦੇਣਾ ਵੱਖਰੀ ਗੱਲ ਹੈ। ਪਾਤਸ਼ਾਹ ਕਹਿੰਦੇ ਅਸੀਂ ਤੇ ਕਦੇ ਦਾਵਾ ਵੀ ਨਹੀਂ ਕੀਤਾ ਹੈ ਵੀ ਆਹ ਸਾਡਾ ਹੈ। ਨਹੀਂ, ਅਸੀਂ ਇਹਦੇ ਤੋਂ ਕੀ ਲੈਣਾ ਹੈ? ਜਿੰਨਾ ਨਗਰ ਹੈ, ਜਿੰਨਾ ਸਾਡਾ ਪਿੰਡ ਹੈ, ਉਹ ਅਸੀਂ ਪੈਸੇ ਦੇ ਕੇ ਖਰੀਦਿਆ ਹੈ। ਇਹਦੇ ਤੋਂ ਬਿਨਾਂ ਦੱਸ ਕਿਹੜੇ ਦੇਸ਼ ਨੂੰ ਅਸੀਂ ਜਿੱਤਿਆ, ਕਿਹੜੀ ਸਟੇਟ ਨੂੰ ਜਿੱਤਿਆ, ਕਿਹੜੇ ਜ਼ਿਲ੍ਹੇ ਨੂੰ ਜਿੱਤਿਆ, ਜਾਂ ਕਹਿ ਲਈਏ ਕਿਹੜੇ ਪਿੰਡ ਨੂੰ ਜਿੱਤਿਆ ਹੈ। ਅਸੀਂ ਤੇਰੀ ਕੋਈ ਵੀ ਧਰਤੀ ਦੇ ਉੱਪਰ ਆਪਣਾ ਕਬਜ਼ਾ ਨਹੀਂ ਜਮਾਇਆ। ਤੂੰ ਸਾਡੇ ਤੇ ਇੰਨੀਆਂ ਫੌਜਾਂ ਕਿਉਂ ਚਾੜੀਆਂ? ਉਹ ਕਾਰਨ ਸਾਨੂੰ ਦੱਸਣਾ ਕਰ। किसको दिया ना खाब तो प्रभ दे सो खाओ। ਦੂਜੀ ਗੱਲ ਇਹ ਹੈ ਨਾ ਅਸੀਂ ਕਿਸੇ ਦਾ ਦਿੱਤਾ ਲੈਂਦੇ ਆ। ਔਰੰਗਜ਼ੇਬ ਸਾਨੂੰ ਜੋ ਪ੍ਰਮਾਤਮਾ ਦਿੰਦਾ, ਅਕਾਲ ਪੁਰਖ,
ਉਹ ਅਸੀਂ ਖਾਂਦੇ ਹਾਂ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਉਹ ਜਿਹੜਾ ਦਾਤਾ ਹੈ ਨਾ ਅਕਾਲ ਪੁਰਖ, ਉਹ ਦਾਤਾਂ ਦਿੰਦਾ ਹੈ। ਉਹਦੀਆਂ ਦਾਤਾਂ ਲੈ ਲੈ ਕੇ ਅਸੀਂ ਖਾਂਦੇ ਹਾਂ। ਤੇਰੇ ਕੋਲੋਂ ਕੋਈ ਚੀਜ਼ ਅਸੀਂ ਲਈ ਨਹੀਂ ਹੈ, ਨਾ ਅਸੀਂ ਕਿਸੇ ਤੋਂ ਲੈਂਦੇ ਹਾਂ। ਅਸੀਂ ਆਪਣਾ ਮਿਹਨਤ ਕਰਕੇ ਕਮਾ ਕੇ ਖਾਣ ਵਾਲੇ, ਤੇ ਫਿਰ ਤੂੰ ਸਾਡੇ ਉੱਪਰ ਹਮਲਾ ਕਿਉਂ ਕੀਤਾ ਹੈ? ਏਕ ਅਕਾਲ ਅਰਾਧ ਧੋ ਕਿਸ ਕੋ ਨਾ ਦੁਖਾਵੋ। ਦੂਜੀ ਗੱਲ ਇਹ ਹੈ, ਅਸੀਂ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹਾਂ। ਨਾ ਅਸੀਂ ਕਦੇ ਹਜ਼ਰਤ ਮੁਹੰਮਦ ਸਾਹਿਬ ਨੂੰ ਮਾੜਾ ਆਖਿਆ, ਨਾ ਕਦੇ ਇਸਲਾਮ ਨੂੰ ਮਾੜਾ ਕਿਹਾ, ਨਾ ਕਦੇ ਕਿਸੇ ਦੂਜੇ ਨੂੰ ਮਾੜਾ ਆਖਿਆ ਹੈ। ਅਸੀਂ ਤੇ ਕੇਵਲ ਇੱਕ ਅਕਾਲ ਪੁਰਖ ਨੂੰ ਹੀ ਮੰਨਦੇ ਹਾਂ। ਅਕਾਲ ਪੁਰਖ ਨੂੰ ਮੰਨਣ ਵਾਲੇ, ਉਹਦੀ ਪੂਜਾ ਕਰਨ ਵਾਲੇ, ਦੱਸ ਅਸੀਂ ਤੇਰਾ ਕੀ ਮਾੜਾ ਕੀਤਾ ਹੈ ਜੋ ਤੂੰ ਇੰਨੀ ਵੱਡੀ ਫੌਜ ਚਾੜ ਕੇ ਸਾਡੇ ਉੱਪਰ ਹਮਲਾ ਕਰਵਾਇਆ ਹੈ? ਪ੍ਰਥਮ ਬਾਪ ਮਮ ਕੈਦ ਕਰ ਦੀਨੋ ਮਰਵਾਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਫਰਨਾਮੇ ਵਿੱਚ ਲਿਖਦੇ ਪਏ, ਕਹਿਣ ਲੱਗੇ ਪਹਿਲਾਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਤੁਸੀਂ ਗ੍ਰਿਫਤਾਰ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਸਾਹਿਬ ਬੈਠੇ ਸਨ। ਔਰੰਗਜ਼ੇਬ ਦਾ ਸੁਨੇਹਾ ਆ ਗਿਆ ਸੀ, ਮਹਾਰਾਜ ਦਿੱਲੀ ਵਿੱਚ ਆ ਕੇ ਮਿਲੋ। ਉਸ ਵੇਲੇ ਰਾਜਾ ਜੈ ਸਿੰਘ ਵਿੱਚ ਵਿਚੋਲਾ ਬਣ ਗਿਆ, ਮੈਂ ਸਤਿਗੁਰਾਂ ਨੂੰ ਲੈ ਕੇ ਆਉਂਦਾ। ਸਤਿਗੁਰੂ ਪਾਤਸ਼ਾਹ ਉਸ ਵੇਲੇ ਅਨੰਦਪੁਰ ਸਾਹਿਬ ਤੋਂ ਚੱਲੇ, ਕਈ ਇਲਾਕਿਆਂ ਨੂੰ ਤਾਰਦੇ ਹੋਏ ਮਹਾਰਾਜ ਆਗਰੇ ਪਹੁੰਚੇ। ਜਦੋਂ ਆਗਰੇ ਪਹੁੰਚੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ, ਆਗਰੇ ਦੇ ਵਿੱਚ ਰੱਖਿਆ ਗਿਆ। 12,000 ਦੀ ਵੱਡੀ ਫੌਜ ਦੇ ਕੇ ਔਰੰਗਜ਼ੇਬ ਨੇ ਆਗਰੇ ਤੋਂ ਫਿਰ ਦਿੱਲੀ ਮੰਗਵਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਕਿ ਮਹਾਰਾਜ ਨੂੰ ਕੋਈ ਛੁਡਾ ਕੇ ਹੀ ਨਾ ਲੈ ਜਾਵੇ। ਦਿੱਲੀ ਵਿੱਚ ਲਿਆ ਕੇ ਕਦੇ ਭੂਤਾਂ ਦੀ ਹਵੇਲੀ ਵਿੱਚ ਕੈਦੀ ਬਣਾ ਕੇ ਰੱਖਿਆ, ਕਦੇ ਆਪਣੇ ਵੱਡੀ ਜੇਲ੍ਹ ਦੇ ਵਿੱਚ ਰੱਖਿਆ, ਕਦੇ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ, ਕਦੇ ਪ੍ਰਸ਼ਾਦਾ ਬੰਦ ਕੀਤਾ, ਕਦੇ ਪਾਣੀ ਬੰਦ ਕਰ ਦਿੱਤਾ। ਐਸੀਆਂ ਜਿਹੜੀਆਂ ਨੇ ਸਜ਼ਾਵਾਂ ਦਿੱਤੀਆਂ ਗਈਆਂ। ਫਿਰ ਇੱਕ ਦਿਨ ਸਮਾਂ ਆ ਗਿਆ ਜਦੋਂ ਚਾਂਦਨੀ ਚੌਂਕ ਦੇ ਵਿਖੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਚਲੋ ਮੰਨ ਲਿਆ ਵੀ ਅਸੀਂ ਤੇ ਜੰਗ ਕਰਦੇ ਹਾਂ, ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਉਹਨਾਂ ਨੇ ਕਿਹੜਾ ਜੰਗ ਕੀਤਾ ਸੀ? ਉਹਨਾਂ ਨੇ ਕਿਹੜੀ ਧਰਤੀ ਉੱਪਰ ਕਬਜ਼ਾ ਕਰ ਲਿਆ? ਪਹਿਲਾਂ ਸਾਡੇ ਪਿਤਾ ਨੂੰ ਕੈਦ ਕੀਤਾ, ਫਿਰ ਉਹਨਾਂ ਨੂੰ ਕਤਲ ਕਰਵਾਇਆ। ਇਹ ਵੀ ਪਾਪ ਤੂੰ ਕੀਤੇ ਹਨ। ਐਸੀ ਦਗੇ ਬਹਾਦਰੀ ਕਰ ਮਨ ਗਰਵਾਈ। ਤੂੰ ਇਸ ਤਰ੍ਹਾਂ ਦਾ ਦਗੇਬਾਜ਼ ਹੈ, ਧੋਖਾ ਦੇਣ ਵਾਲਾ। ਆਪਣੇ ਆਪ ਨੂੰ ਆਖਦਾ ਮੈਂ ਬੜਾ ਬਹਾਦਰ ਹਾਂ, ਮੈਂ ਬੜਾ ਸੂਰਮਾ ਹਾਂ। ਕਾਹਦਾ ਤੂੰ ਸੂਰਮਾ ਹੈ? ਤੂੰ ਤੇ ਦਗੇਬਾਜ਼ ਹੈ, ਦਗਾ ਕਰਨ ਵਾਲਾ। ਸੋ ਇਹ ਮਹਾਰਾਜ ਬਚਨ ਲਿਖਦੇ ਪਏ, ਕਹਿਣ ਲੱਗੇ ਐਸੀ ਦਗੇ ਬਹਾਦਰੀ, ਇਸ ਤਰ੍ਹਾਂ ਦਾ ਦਗੇਬਾਜ਼ ਹੈ, ਆਪਣੇ ਆਪ ਨੂੰ ਆਖਦਾ ਮੈਂ ਬੜਾ ਬਹਾਦਰ ਹਾਂ, ਮੈਂ ਬੜਾ ਸੂਰਮਾ ਹਾਂ। ਪਾਤਸ਼ਾਹ ਕਹਿਣ ਲੱਗੇ ਮਨ ਵਿੱਚ ਬੜਾ ਹੰਕਾਰ ਕਰਦਾ ਹੈ, ਦੱਸ ਕਿਸ ਗੱਲ ਦਾ ਹੰਕਾਰ ਹੈ? ਤੂੰ ਕੰਮ ਪਾਪੀਆਂ ਵਾਲੇ ਕੀਤੇ। ਇਹ ਜਫਰਨਾਮਾ ਜਿਹੜਾ ਮਹਾਰਾਜ ਨੇ ਲਿਖਿਆ, ਸਤਿਗੁਰਾਂ ਨੇ ਫਾਰਸੀ ਦੇ ਅੰਦਰ ਉਹਦੀ ਇਹ ਵਿਚਾਰ ਦਿੱਤੀ ਵਿਦਵਾਨਾਂ ਨੇ। ਇਸ ਤਰ੍ਹਾਂ ਮਹਾਰਾਜ ਇਸ ਨੂੰ ਲਾਹਨਤਾਂ ਪਾਉਂਦੇ ਹਨ। ਜੈਸਾ ਬੇਇਨਸਾਫ ਤੂੰ ਤੈਸੇ ਸਭ ਰਾਜੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਮੋਢੀ ਮਾੜਾ ਹੋਵੇ ਤੇ ਫਿਰ ਟਾਹਣੀਆਂ ਤੇ ਮਾੜੀਆਂ ਹੀ ਹੁੰਦੀਆਂ ਨੇ। ਤੂੰ ਦੇਸ਼ ਦਾ ਵੱਡਾ ਰਾਜਾ ਹੈ, ਤੂੰ ਬੇਇਨਸਾਫੀ ਕਰਦਾ, ਪਾਪ ਕਰਦਾ, ਦਗੇ ਕਰਦਾ। ਤੇ ਜਿਹੜੇ ਤੇਰੇ ਛੋਟੇ ਰਾਜੇ ਨੇ ਅੱਗੇ ਵਜ਼ੀਰ, ਉਹ ਵੀ ਤੇ ਫਿਰ ਤੇਰੇ ਵਰਗੇ ਹੀ ਹੋਏ, ਉਹ ਵੀ ਦਗਾ ਕਰਨ ਵਾਲੇ। ਗੁਰਮੁਖੋ ਵਜ਼ੀਰ ਖਾਨ ਨੇ ਵੀ ਚਿੱਠੀਆਂ ਲਿਖੀਆਂ ਨੇ, ਮਹਾਰਾਜ ਕਿਲਾ ਛੱਡੋ। ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਨ ਨੇ, ਖਵਾਜਾ ਮਰਦੂਦ ਫੌਜ ਦਾ ਸਭ ਤੋਂ ਵੱਡਾ ਜਰਨੈਲ, ਇਹਨੇ ਵੀ ਚਿੱਠੀਆਂ ਲਿਖੀਆਂ, ਨਾਲ ਕੁਰਾਨ ਸ਼ਰੀਫ ਭੇਜਿਆ। ਮਹਾਰਾਜ ਕਸਮ ਖਾਂਦੇ। ਪਾਤਸ਼ਾਹ ਕਹਿਣ ਲੱਗੇ ਜਿਹੋ ਜਿਹਾ ਰਾਜਾ ਉਹੋ ਜਿਹਾ ਰਾਜੇ ਦੇ ਵਜ਼ੀਰ। ਪਹਾੜੀ ਰਾਜੇ ਜਿਹੜੇ ਸਨ, ਭੀਮ ਚੰਦ ਵਰਗੇ ਹਿੰਦੂ ਰਾਜਪੂਤ, ਉਹਨਾਂ ਨੇ ਆਟੇ ਦੀ ਗਊ ਬਣਾ ਕੇ ਬ੍ਰਾਹਮਣ ਭੇਜ ਦਿੱਤਾ, ਨਾਲ ਠਾਕੁਰ ਦੀ ਮੂਰਤੀ ਭੇਜ ਦਿੱਤੀ। ਅਸੀਂ ਕਸਮਾਂ ਖਾਂਦੇ ਠਾਕੁਰ ਦੀਆਂ, ਭਗਵਾਨ ਦੀਆਂ, ਮਹਾਰਾਜ ਹਮਲਾ ਨਹੀਂ ਕਰਾਂਗੇ। ਸਭ ਨੇ ਸਭ ਕੁਝ ਕੀਤਾ। ਪਾਤਸ਼ਾਹ ਕਹਿਣ ਲੱਗੇ ਜਦੋਂ ਰਾਜਾ ਹੀ ਬੇਈਮਾਨ ਹੋਵੇ, ਦਗੇਬਾਜ਼ ਹੋਵੇ, ਤੇ ਫਿਰ ਰਾਜੇ ਦੇ ਅੱਗੇ ਵਜ਼ੀਰ ਤੇ ਨਿੱਕੇ ਮੋਟੇ ਜਿਹੜੇ ਰਾਜੇ ਨੇ ਉਹ ਵੀ ਤੇ ਉਹੋ ਜਿਹੇ ਹੀ ਹੋਣਗੇ ਨਾ। ਇਹ ਸਭ ਦਗਾ ਤੇਰੇ ਵੱਲੋਂ ਹੀ ਹੋਇਆ ਹੈ। ਪਾਤਸ਼ਾਹ ਆਖਦੇ ਹਨ ਸਿੱਖ ਸੰਗਤ ਮਮ ਮਾਰ ਕਰ ਬੌਕੀਨ ਸਤਿਗੁਰੂ ਅਕਾਜੇ। ਪਾਤਸ਼ਾਹ ਕਹਿਣ ਲੱਗੇ ਤੂੰ ਸਾਡੀਆਂ ਸਿੱਖਾਂ ਨੂੰ ਮਾਰਿਆ ਹੈ। ਅਨੰਦਪੁਰ ਸਾਹਿਬ ਦੇ ਵਿੱਚ ਕਿੰਨੇ ਸਿੱਖ ਕਤਲ ਹੋਏ। ਇਕੱਲੇ ਸਿੱਖ ਹੀ ਨਹੀਂ, ਬੀਬੀਆਂ ਨੂੰ ਵੀ ਕਤਲ ਕੀਤਾ ਗਿਆ, ਬੱਚਿਆਂ ਨੂੰ ਕਤਲ ਕੀਤਾ ਗਿਆ। ਕਿੰਨਾ ਵਹੀਰ ਚੱਲਿਆ ਅਨੰਦਪੁਰ ਸਾਹਿਬ ਤੋਂ। ਲੜਨ ਵਾਲੇ ਤੇ ਸੂਰਮੇ ਥੋੜ੍ਹੇ, ਬਾਕੀ ਤੇ ਸੰਗਤੀ ਰੂਪ ਦੇ ਵਿੱਚ ਹੈ, ਕਿਸੇ ਨੂੰ ਬਖਸ਼ਿਆ ਨਹੀਂ ਗਿਆ ਹੈ। ਸਰਸਾ ਤੱਕ ਆਉਂਦਿਆਂ ਸਭ ਕਤਲ ਕਰ ਦਿੱਤੇ ਗਏ, ਭਾਵੇਂ ਉਹ ਬੁੱਢੇ ਸਨ, ਭਾਵੇਂ ਬੱਚੇ ਸਨ, ਭਾਵੇਂ ਔਰਤਾਂ ਸਨ, ਸਾਰਿਆਂ ਨੂੰ ਕਤਲ ਕੀਤਾ ਗਿਆ, ਮਾਰਿਆ ਗਿਆ। ਮਹਾਰਾਜ ਕਹਿੰਦੇ ਤੂੰ ਸਾਡੇ ਸਿੱਖਾਂ ਨੂੰ ਕਤਲ ਕੀਤਾ ਹੈ, ਸਾਡੀ ਸੰਗਤ ਨੂੰ ਕਤਲ ਕੀਤਾ ਹੈ, ਇਹ ਤੂੰ ਬੜਾ ਭਾਰੀ ਪਾਪ ਕੀਤਾ ਔਰੰਗਿਆ।
ਇਸ ਪਾਪ ਦਾ ਤੈਨੂੰ ਫਲ ਮਿਲਣਾ ਹੈ। ਸਿੱਖਣੀਆਂ ਗਨ ਹਨ ਦਈ ਬਹੁ ਲੂਟ ਖਜ਼ਾਨੇ। ਤੇਰੇ ਧਰਮ ਦੇ ਵਿੱਚ ਤੇਰੇ ਵਜ਼ੀਰਾਂ ਨੇ ਇਹ ਨਹੀਂ ਵੇਖਿਆ ਕਿ ਇਸਤਰੀ ਨੂੰ ਮਾਰਨਾ ਪਾਪ ਹੈ, ਨਹੀਂ, ਸਾਡੀਆਂ ਸਿੱਖ ਬੀਬੀਆਂ ਵੀ ਕਤਲ ਕੀਤੀਆਂ ਗਈਆਂ। ਕੁਕਾਜੇ ਇਹੋ ਜਿਹੇ ਖੋਟੇ ਕੰਮ ਤੂੰ ਤੇ ਤੇਰੇ ਵਜ਼ੀਰਾਂ ਨੇ ਕੀਤੇ ਜਿਹੜੇ ਇਸ ਤਰ੍ਹਾਂ ਦੇ ਵੱਡੇ ਪਾਪ ਹਨ। ਬੇਇਨਸਾਫੀ ਏ ਕਰੀ ਮਨ ਸਮਝਿਆ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਬੜੀਆਂ ਬੇਇਨਸਾਫੀਆਂ ਕੀਤੀਆਂ। ਕਿੰਨੀਆਂ ਕੁ ਤੈਨੂੰ ਦਸੀਏ, ਕਿਹੜੇ ਕਿਹੜੇ ਪਾਪ ਦਾ ਵਰਣਨ ਕਰੀਏ, ਕਿੰਨੇ ਕੁ ਪਾਪ ਤੂੰ ਕੀਤੇ, ਕਿੰਨੇ ਕੁ ਪਾਪ ਤੂੰ ਕਰਵਾਏ, ਤੇਰੇ ਵਜ਼ੀਰਾਂ ਦੀ ਕੈਸੀ ਹਾਲਤ ਹੈ, ਕਿੰਨਿਆਂ ਕੁ ਦੀ ਗਿਣਤੀ ਤੈਨੂੰ ਦੱਸ ਦਈਏ। ਇੱਕ ਪਾਪ ਹੋਵੇ, ਇੱਕ ਗੁਨਾਹ ਹੋਵੇ ਤੇ ਉਹਦਾ ਜ਼ਿਕਰ ਕਰੀਏ, ਤੂੰ ਤੇ ਸਾਰੀ ਉਮਰ ਐਸੇ ਹੀ ਪਾਪ ਕੀਤੇ। ਇੱਥੇ ਹੀ ਬਸ ਨਹੀਂ, ਤੂੰ ਤੇ ਆਪਣੇ ਭਰਾਵਾਂ ਦਾ ਕਤਲ ਕਰ ਦਿੱਤਾ, ਇੱਥੋਂ ਤੱਕ ਕਿ ਬਾਪ ਨੂੰ ਵੀ ਕੈਦ ਕਰ ਲਿਆ। ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਅਤੇ ਉਸ ਦਾ ਪਾਣੀ ਗੰਦਾ ਮਿੱਟੀ ਵਾਲਾ, ਸਿਪਾਹੀਆਂ ਨੂੰ ਹੁਕਮ ਹੋ ਗਿਆ ਮਿੱਟੀ ਵਾਲਾ ਗੰਦਾ ਪਾਣੀ ਪਿਉਣਾ ਹੈ। ਪ੍ਰਸ਼ਾਦੇ ਵਿੱਚ ਕੰਕਰ ਪਾ ਕੇ, ਕੱਚ ਪਾ ਕੇ ਪੀ ਕੇ ਰੋਟੀ ਵਿੱਚ ਖਵਾਓ ਤਾਂ ਕਿ ਮਰ ਜਾਵੇ। ਜਦੋਂ ਇਸ ਤਰ੍ਹਾਂ ਕੈਦ ਕੀਤਾ ਦਿੱਲੀ ਦੇ ਵਿੱਚ, ਵੇਖਿਆ ਵੀ ਰੌਲਾ ਪੈ ਜਾਏਗਾ, ਉਸ ਵੇਲੇ ਸਿਪਾਹੀਆਂ ਨੂੰ ਹੁਕਮ ਦਿੱਤਾ ਇਸ ਨੂੰ ਦਿੱਲੀ ਤੋਂ ਲਾਹੌਰ ਲੈ ਜਾਓ, ਉੱਥੇ ਜਾ ਕੇ ਇਸ ਨੂੰ ਜੇਲ੍ਹ ਵਿੱਚ ਰੱਖ ਕੇ ਤੇ ਕਤਲ ਕਰ ਦਿਓ। ਬਾਦਸ਼ਾਹ ਨੂੰ ਬੰਨ੍ਹ ਕੇ ਉਸ ਵੇਲੇ ਆਪਣੇ ਪਿਤਾ ਨੂੰ ਦਿੱਲੀੋਂ ਤੋਰਦਾ। ਰਸਤੇ ਵਿੱਚ ਖੇਤ ਆ ਗਿਆ ਇੱਕ ਚਣਿਆਂ ਦਾ। ਸ਼ਾਹਜਹਾਨ ਨੇ ਵੇਖਿਆ ਭੁੱਖ ਲੱਗੀ ਹੈ, ਖਾਣ ਨੂੰ ਤੇ ਕੁਝ ਦੇਣਾ ਨਹੀਂ, ਕਿਉਂ ਨਾ ਹੋਵੇ ਚਣਿਆਂ ਦਾ ਖੇਤ ਹੀ ਖਾ ਲਵਾਂ, ਚਣਿਆਂ ਦੇ ਛੋਲੇ ਖਾ ਲਵਾਂ ਚਣਿਆਂ ਦੇ ਖੇਤ ਵਿੱਚੋਂ। ਉਸ ਵੇਲੇ ਆਖਿਆ ਮੇਰੇ ਪੇਟ ਦੇ ਵਿੱਚ ਬੜੀ ਭਾਰੀ ਗੜਬੜ ਹੈ, ਮੈਨੂੰ ਖੋਲ੍ਹਿਆ ਜਾਵੇ, ਇਹ ਖੇਤ ਹੈ, ਮੈਂ ਇਹਦੇ ਵਿੱਚ ਆਪਣਾ ਪੇਟ ਸਾਫ਼ ਕਰ ਲਵਾਂ। ਇਸ ਤਰ੍ਹਾਂ ਜਦੋਂ ਛੱਡਿਆ ਗਿਆ ਪਿੰਜਰੇ ਦੇ ਵਿੱਚੋਂ, ਹੱਥ ਤੇ ਬੱਧੇ ਹੋਏ, ਉਸ ਵੇਲੇ ਛੋਲਿਆਂ ਦੀਆਂ ਡੱਡਰੀਆਂ ਜਿਹੜੀਆਂ ਹਵਾ ਦੇ ਨਾਲ ਹਿਲਦੀਆਂ, ਉਹਨਾਂ ਨੂੰ ਜਿਵੇਂ ਬੱਕਰੀ ਖਾਂਦੀ ਹੈ ਨਾ, ਪਸ਼ੂ ਖਾਂਦਾ, ਇਸ ਤਰ੍ਹਾਂ ਖਾਂਦਾ ਪਿਆ, ਨਾਲੇ ਰੋਂਦਾ ਪਿਆ ਹੈ। ਇੱਕ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਹੈ, ਇੱਕ ਸਮੇਂ ਐਸੀ ਹਾਲਤ ਬਣੀ ਹੈ ਪਸ਼ੂਆਂ ਦੇ ਵਾਂਗ ਚਰਦਾ ਪਿਆ। ਨਜ਼ਰ ਉਪੱਠੀ ਜੇ ਕਰੈ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ, ਭਿੱਖ ਨਾ ਪਾਏਂਦਾ। ਐਸੀ ਸਮਰੱਥਾ ਉਸ ਅਕਾਲ ਪੁਰਖ ਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਸੋ ਇਸ ਤਰ੍ਹਾਂ ਇਸ ਔਰੰਗੇ ਨੂੰ ਲਾਹਨਤਾਂ ਪਾਉਂਦੇ ਪਏ ਇਹਦੇ ਕੀਤੇ ਹੋਏ ਪਾਪ ਦੀਆਂ। ਅਜੇ ਜਫਰਨਾਮੇ ਦੇ ਮਹਾਰਾਜ ਹੋਰ ਕਿਹੜੇ ਕਿਹੜੇ ਬਚਨ ਕਰਨਗੇ, ਉਹ ਬਚਨ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਦਾ ਜੋ ਦਿਹਾੜਾ ਹੈ 17 ਤਰੀਕ ਨੂੰ ਪ੍ਰਾਪਤ ਹੋ ਰਿਹਾ, ਤੇ ਇਸ ਦੇ ਸੰਬੰਧ ਵਿੱਚ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਜੋ ਕਥਾ ਹੈ ਉਹ 10 ਤਰੀਕ ਤੋਂ, ਕੱਲ੍ਹ ਤੋਂ ਜਿਹੜੀ ਹੈ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ ਹੀ ਆਪਾਂ ਸਰਵਣ ਕਰਾਂਗੇ। ਇਹ ਇਤਿਹਾਸ ਦੀ ਕਥਾ ਜਿਹੜੀ ਹੈ 17 ਤਰੀਕ ਤੱਕ ਜਿਹੜੀ ਹੈ ਉਹ ਬੰਦ ਰਹੇਗੀ। 18 ਤਰੀਕ ਨੂੰ ਆਪਾਂ ਇਸ ਕਥਾ ਨੂੰ ਫਿਰ ਅੱਗੇ ਸ਼ੁਰੂ ਕਰਾਂਗੇ। ਜਿਹੜੇ ਸਮੇਂ ਆਪਾਂ ਇਤਿਹਾਸ ਦੀ ਕਥਾ ਸਰਵਣ ਕਰਦੇ ਹਾਂ, ਇਸੇ ਸਮੇਂ ਆਪਾਂ 9ਵੇਂ ਮਹੱਲੇ ਦੇ ਜੋ ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਵੈਰਾਗਮਈ ਬਾਣੀ ਬਖਸ਼ਿਸ਼ ਕੀਤੀ ਹੈ, ਉਹਦੀ ਵਿਚਾਰ ਆਪਾਂ ਲਗਾਤਾਰ ਸਰਵਣ ਕਰਾਂਗੇ। ਇਹ ਬੇਨਤੀ ਆਪ ਸੰਗਤ ਨੇ ਪ੍ਰਵਾਨ ਕਰਨੀ ਹੈ। ਸੋ ਕੱਲ੍ਹ ਨੂੰ ਸਵੇਰੇ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਸਵੇਰੇ 6 ਵਜੇ ਰਵਾਨਗੀ ਪਾ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰਨੀ, ਅਤੇ ਇਸੇ ਤਰ੍ਹਾਂ 15 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਦੇ ਸੰਬੰਧ ਵਿੱਚ 17 ਤਰੀਕ ਨੂੰ ਭੋਗ ਪਾਏ ਜਾਣਗੇ। 16 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। 19 ਤਰੀਕ ਨੂੰ ਖੂਨਦਾਨ ਕੈਂਪ ਆਪਣੇ ਜੋ ਨਿੱਜਰ ਚੌਂਕ ਹੈ ਗੇਟ ਦੇ ਉੱਪਰ ਲੱਗ ਰਿਹਾ ਹੈ। ਜਿਨ੍ਹਾਂ ਸੰਗਤਾਂ ਨੇ ਖੂਨਦਾਨ ਕਰਨਾ ਹੈ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰਨੀ। ਸੰਗਤਾਂ ਨੂੰ ਬੇਨਤੀ ਹੈ ਭਾਈ ਗੁਰਦੁਆਰਾ ਸਾਹਿਬ ਦੇ ਗੇਟਾਂ ਦੇ ਸਾਹਮਣੇ ਆਪਣੀਆਂ ਗੱਡੀਆਂ, ਗੁਰਦੁਆਰੇ ਸਾਹਿਬ ਦੇ ਪਿਛਲੇ ਗੇਟ, ਅਗਲੇ ਗੇਟ ਦੇ ਸਾਹਮਣੇ ਨਾ ਗੱਡੀ ਲਾਇਆ ਕਰੋ ਭਾਈ, ਸੰਗਤ ਨੂੰ ਮੁਸ਼ਕਲ ਆਉਂਦੀ ਆਉਣ ਜਾਣ ਵੇਲੇ। ਇਹ ਬੇਨਤੀ ਪ੍ਰਵਾਨ ਕਰਿਆ ਕਰੋ। ਨਾਲ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਮੁਹੱਲਾ ਨਿਵਾਸੀਆਂ ਦੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮੇਨ ਗੇਟ ਦੇ ਕੋਲ ਕਰਵਾਏ ਜਾ ਰਹੇ ਹਨ। ਸੋ ਬੇਨਤੀ ਹੈ ਕਿ ਆਪ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਮੂਹ ਮੁਹੱਲਾ ਨਿਵਾਸੀ 2400, 2416, 2661, 2679 ਇਹ ਉਹਨਾਂ ਘਰਾਂ ਦੇ ਨੰਬਰ ਹਨ। ਇਹਨਾਂ ਸੰਗਤਾਂ ਦੇ ਵੱਲੋਂ ਮਿਲ ਕੇ ਇਹ ਪ੍ਰੋਗਰਾਮ ਰੱਖੇ ਗਏ ਹਨ। 10 ਤਰੀਕ ਨੂੰ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਕੀਰਤਨ ਤੇ ਗੁਰੂ ਕੇ ਲੰਗਰ ਹੋਣਗੇ। ਆਪ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।